अपना अज का जो टॉपिक है वो हैगा आर्गन्स प्लेन। आर्गन प्लेन ये की हुंदा है। ਆਪਾਂ एक पहला जानते हैं कार्टेजियन प्लेन वाले बारे पहला जानते हैं। ਇਹਦੇ बारे जानते हैं ਆਪਾਂ कार्टेजियन प्लेन। कार्टेजियन प्लेन की हुंदा इदां दा प्लेन ਅਸੀਂ पिछले साल बनाया होगा, पिछले सालों ਦੇ ਵਿੱਚ ਜਿਹਦੇ 'ਚ ਇੱਕ एक्स एक्सिस है, एक वाई एक्सिस ਹੁੰਦਾ ਹੈ। ਉਹਦੇ ਵਿੱਚ ਅਸੀਂ ਪੁਆਇੰਟਸ ਇਸ ਤਰੀਕੇ ਨਾਲ एक्स एक्सिस ਦੇ ਉੱਤੇ ਅਸੀਂ 0 ਇੱਥੇ ਆ ਸਾਡਾ ਮੂਲ ਬਿੰਦੂ ਹੁੰਦਾ ਹੈ, ਇਹਨੂੰ ਇੰਗਲਿਸ਼ 'ਚ origin ਕਹਿੰਦੇ ਆ। ਆ एक्स एक्सिस ਹੈ ਜਿਹਨੂੰ ਅਸੀਂ एक्स ਧੁਰਾ ਕਹਿੰਦੇ ਸੀ। ਆ वाई एक्सिस ਹੈ ਜਿਹਨੂੰ ਅਸੀਂ वाई ਧੁਰਾ ਕਹਿੰਦੇ ਸੀ। ਇਹਦੇ ਉੱਤੇ ਆ ਇਦਾਂ ਪੁਆਇੰਟਸ ਲਾਉਂਦੇ ਸੀ। ਆ 1 2 3 4 ਮਾਰਕ ਕੀਤੇ ਹੁੰਦੇ, ਇੱਧਰ ਨੂੰ ਮਾਈਨਸ ਤੇ ਹੁੰਦੇ ਆ। ਇੱਧਰ ਇਸੇ ਤਰ੍ਹਾਂ वाई एक्सिस ਦੇ ਉੱਤੇ ਪਲੱਸ ਹੁੰਦੇ ਆ ਪੁਆਇੰਟਸ, ਇੱਧਰ ਮਾਈਨਸ ਹੁੰਦੇ ਆ। ਹੁਣ ਜਿਵੇਂ ਆਹ ਪੁਆਇੰਟ ਹੈ A 2 4, ਇਹ ਕੀ ਹੈ एक्स एक्सिस ਤੇ ਇਹਦਾ ਇੱਥੇ ਡਿਸਟੈਂਸ 2 ਹੈ। ਜੇ ਆਪਾਂ ਇੱਥੋਂ ਇੱਕ ਪਰਪੈਂਡੀਕੂਲਰ ਡਰਾ ਕਰੀਏ, ਪਰਪੈਂਡੀਕੂਲਰ ਕਹਿੰਦੇ ਆ ਲੰਬ ਨੂੰ, ਇੱਧਰ ਨੂੰ ਪਰਪੈਂਡੀਕੂਲਰ ਡਰਾ ਕਰੀਏ ਇੱਕ वाई एक्सिस ਤੇ, ਤਾਂ ਆ एक्स एक्सिस ਤੇ 2 ਦੂਰੀ ਤੇ 2 ਯੂਨਿਟ ਦੀ डिस्टेंस ਤੇ ਇਹਨੂੰ ਆ ਕੇ ਟੱਚ ਕਰਦਾ ਹੈ। ਇਸੇ ਤਰ੍ਹਾਂ वाई एक्सिस ਦੇ ਉੱਤੇ ਇਹ 4 ਯੂਨਿਟ ਦੇ ਡਿਸਟੈਂਸ ਤੇ ਆ ਕੇ ਇਹਨੂੰ ਟੱਚ ਕਰਦਾ ਹੈ। ਇੱਥੇ ਦੇਖੋ 0 1 2 3 4 ਆਉਂਦਾ ਇੱਥੇ, ਠੀਕ ਹੈ ਕਿ ਨਹੀਂ? ਤਾਂ ਇੱਥੇ ਆ ਕੇ ਟੱਚ ਕਰਦਾ, ਇੱਥੇ 2 ਤੇ ਟੱਚ ਕਰਦਾ। ਤੇ ਇਹ ਜਿਹੜੇ ਆ 2 4 ਇਹ ਇਹਦੇ ਕੋਆਰਡੀਨੇਟਸ ਹੁੰਦੇ ਆ। ਕੀ ਹੁੰਦੇ ਆ? ਕੋਆਰਡੀਨੇਟਸ। ਪੰਜਾਬੀ 'ਚ ਆਪਾਂ ਇਹਨਾਂ ਨੂੰ ਨਿਰਦੇਸ਼ਾਂਕ ਕਹਿੰਦੇ ਹੁੰਦੇ ਸੀ। ਤਾਂ A 2 4 ਇਹਦੇ ਕੋਆਰਡੀਨੇਟਸ ਹੈ। ਇਸੇ ਤਰੀਕੇ ਨਾਲ एक्स एक्सिस ਦੇ ਉੱਤੇ ਕੋਈ ਪੁਆਇੰਟ ਹੈ ਜਿਵੇਂ D, ਤਾਂ ਇਹਦੇ ਕੋਆਰਡੀਨੇਟਸ ਸੀਗੇ 2 0, ਇਹ 'ਚ ਹੁਣ y ਦੀ ਵੈਲਿਊ 0 ਹੈ। ਇਸੇ ਤਰ੍ਹਾਂ वाई एक्सिस ਦੇ ਉੱਤੇ ਕੋਈ ਪੁਆਇੰਟ ਆ ਤਾਂ ਉਹਦੀ x ਦੀ ਵੈਲਿਊ 0 ਹੁੰਦੀ ਹੈ, 0 1। ਇਸੇ ਤਰ੍ਹਾਂ ਆ ਸਾਡਾ ਪਹਿਲਾ ਫਸਟ ਕੁਆਡਰੈਂਟ ਸੀ, ਇਹਨੂੰ ਫਸਟ ਕੁਆਡਰੈਂਟ ਕਹਿੰਦੇ ਅਸੀਂ, ਇਹਨੂੰ ਸੈਕੰਡ ਕੁਆਡਰੈਂਟ ਕਹਿੰਦੇ ਆ। ਪਹਿਲੀ ਚੌਥਾਈ, ਦੂਸਰੀ ਚੌਥਾਈ ਤੇ ਤੋਂ ਬਾਅਦ ਆ ਜਾਂਦੀ ਹੈ ਫਿਰ ਸਾਡੀ ਥਰਡ ਕੁਆਡਰੈਂਟ ਤੇ ਫੋਰਥ ਕੁਆਡਰੈਂਟ, ਚੌਥੀ ਚੌਥਾਈ, ठीक है ना? एक ही है क्वाड्रेंट, क्यू यू क्वाड्रेंट, ठीक है ना? तो ये क्वाड्रेंट्स ने फस्ट सैकेंड थर्ड फोर्थ, ठीक है? तो ये इस तरीके से असीं पहला पढ़े हुए हैं। ये साडा सीगा कार्टेजियन प्लेन जिहदे च हुण आ हरेक पॉइंट है जिहड़ा ਇਹ ਇੱਕ ਕੰਪਲੈਕਸ ਨੰਬਰ ਨੂੰ ਡਿਨੋਟ ਕਰਦਾ, ਕਿਉਂਕਿ ਅਸੀਂ ਕੰਪਲੈਕਸ ਨੰਬਰ ਦੀ ਗੱਲ ਕਰ ਰਹੇ ਹਾਂ। ਤਾਂ ਆਰਗਨਸ ਪਲੇਨ ਦੇ ਵਿੱਚ ਆ ਜਿਹੜਾ 2 4 ਹੈ ਇਹ ਇੱਕ ਕੰਪਲੈਕਸ ਨੰਬਰ ਨੂੰ ਸ਼ੋ ਕਰਦਾ ਹੈ। ਇਹ ਹੈਗਾ 2 + 4 ਆਈਟਾ, ਤਾਂ ਇਹ 2 + 4 ਆਈਟਾ ਪੁਆਇੰਟ ਹੈ, ਠੀਕ ਹੈ ਕਿ ਨਹੀਂ? ਇਸੇ ਤਰ੍ਹਾਂ ਆ ਜਿਹੜਾ 2 0 ਪੁਆਇੰਟ ਹੈ ਇਹ ਕੀ ਹੈ? 2 + 0 ਆਈਟਾ ਪੁਆਇੰਟ ਹੈ। ਆ ਕਿਹੜਾ ਪੁਆਇੰਟ ਹੈ? ਆ ਸੀ ਪੁਆਇੰਟ ਹੈਗਾ 0 + 1 ਆਈਟਾ, ਜਾਂ ਕਹਿ ਲਓ 0 + ਆਈਟਾ। ਇਸੇ ਤਰ੍ਹਾਂ ਆ ਹੈਗਾ -2 + 3 ਆਈਟਾ। ਇਸੇ ਤਰ੍ਹਾਂ ਆ ਜਿਹੜਾ ਪੁਆਇੰਟ ਹੈ E, ਇਹ ਕਿਹੜਾ ਪੁਆਇੰਟ ਹੈ? ਕਿਹੜੇ ਕੰਪਲੈਕਸ ਨੰਬਰ ਦਾ? -5 - 2 ਆਈਟਾ। ਇਸੇ ਤਰੀਕੇ ਨਾਲ ਆ ਜਿਹੜਾ F ਪੁਆਇੰਟ ਹੈ ਇਹ ਕਿਹਨੂੰ ਡਿਨੋਟ ਕਰਦਾ ਹੈ? ਇਹ ਡਿਨੋਟ ਕਰਦਾ 1 - 2 ਆਈਟਾ। ਸੋ ਉਹ ਵਾਲਾ ਪਲੇਨ ਜਿਹਦੇ ਵਿੱਚ ਹਰੇਕ ਪੁਆਇੰਟ ਕਿਸੇ ਕੰਪਲੈਕਸ ਨੰਬਰ ਨੂੰ ਸ਼ੋ ਕਰਦਾ ਹੈ, ਉਹ ਜਿਹੜਾ प्लेन होंगे उन्होंने असीं आर्गन्स प्लेन कहने या कॉम्पलैक्स प्लेन कहने। हाँ हेठा इसकी डेफिनेशन लिखी है। अ पॉइंट हैविंग कॉम्पलैक्स नंबर असाइन टू ईच पॉइंट, हरेक पॉइंट नूं एक कॉम्पलैक्स नंबर असाइन किया हुआ है। असाइन किया हुआ मतलब वो एक कॉम्पलैक्स नंबर जोड़िया है, लाया हुआ है, ठीक है कि नहीं? इज़ कॉल्ड कॉम्पलैक्स प्लेन और आर्गन्स प्लेन, ठीक है कि नहीं? आ हुण तुहानूं उत्थे मैंने करके दिखाए है सारे। हुण तुसीं देखो एक्स एक्सिस के उत्ते देखो सारे रीयल नंबर आउणगे। रीयल नंबर क्यों आउणगे? क्योंकि आयोटा दे विच 0 होएगा, आयोटा वाला पार्ट सारिਆਂ ਦੇ ਵਿੱਚ 0 होएगा। ਇਹਨੂੰ ਅਸੀਂ प्योरली ਰੀਅਲ नंबर कहने ਜਾਂ ਰੀਅਲ नंबर कहने। ਇਕੱਲਾ ਆ ਜਿਹੜੇ ਹੋਣਗੇ ਇਹ ਇਕੱਲੇ ਇਮੇਜਨਰੀ ਨੰਬਰ ਹੋਣਗੇ ਵਾਈ ਐਕਸਿਸ ਦੇ ਉੱਤੇ ਜਿੰਨੇ ਬਣਨਗੇ, ਕਿਉਂਕਿ ਇਹ 'ਚ ਜਿਹੜਾ ਰੀਅਲ ਪਾर्ट है वो 0 होएगा। देखो 0 + आयोटा। इस तरह जे इत्थे कोई पॉइंट है
ਤਾਂ ਉਹ ਹੋ ਜਾਏਗਾ 0 -3 ਆਈਟਾ। ਠੀਕ ਹੈ ਨਾ। ਸੋ ਇਸ ਤਰੀਕੇ ਨਾਲ ਇਹ ਜਿਹੜੇ ਹੈਗੇ ਆ ਜਿਹੜੇ ਵਾਈ ਐਕਸਿਸ ਉੱਤੇ ਜਿੰਨੇ ਵੀ ਨੰਬਰਸ ਨੇ ਉਹ ਸਾਰੇ ਇਮੇਜਿਨਰੀ ਨੰਬਰਸ ਹੋਣਗੇ, ਐਕਸ ਐਕਸਿਸ ਉੱਤੇ ਜਿੰਨੇ ਵੀ ਨੰਬਰ ਸ਼ੋ ਹੋਣਗੇ ਉਹ ਸਾਰੇ ਰੀਅਲ ਨੰਬਰਸ ਹੋਣਗੇ, ਤੇ ਇਹਨਾਂ ਦੇ ਵਿਚਾਲੇ ਜਿਹੜੇ ਆ ਇਹਨਾਂ ਥਾਵਾਂ ਤੇ ਜਿਹੜੇ ਕੁਆਡਰੈਂਟਸ ਦੇ ਵਿੱਚ ਬਣਨਗੇ ਜਿੰਨੇ ਵੀ ਪੁਆਇੰਟ ਉਹ ਸਾਰੇ ਕੀ ਹੋਣਗੇ, ਉਹ ਕੰਪਲੈਕਸ ਨੰਬਰ ਹੋਣਗੇ। ਤਾਂ ਐਕਸ ਐਕਸਿਸ ਨੂੰ ਅਸੀਂ ਇੱਥੇ ਰੀਅਲ ਐਕਸਿਸ ਵੀ ਕਹਿ ਦਿੰਦੇ ਹਾਂ, ਕਿਉਂਕਿ ਇਹਦੇ ਉੱਤੇ ਬਣਨ ਵਾਲੇ ਜਿਹੜੇ ਨੰਬਰ ਦੇ ਵਿੱਚ ਕੰਪਲੈਕਸ ਨੰਬਰ ਬਣਦੇ ਉਹ ਸਾਰੇ ਰੀਅਲ ਨੰਬਰ ਬਣਦੇ ਆ, ਤਾਂ ਕਰਕੇ ਇਹਨੂੰ ਅਸੀਂ ਰੀਅਲ ਐਕਸਿਸ ਵੀ ਕਹਿ ਦਿੰਦੇ ਹਾਂ। ਤੇ ਜਿਹੜਾ ਆਹ ਵਾਲਾ ਹੈਗਾ ਵਾਈ ਐਕਸਿਸ, ਇਹਨੂੰ ਅਸੀਂ ਇਮੈਜਿਨਰੀ ਐਕਸਿਸ ਵੀ ਕਹਿ ਦਿੰਦੇ ਹਾਂ। ਠੀਕ ਹੈ। ਸੋ ਇਸ ਤਰੀਕੇ ਨਾਲ ਇਹਦੇ ਬਾਰੇ ਥੋੜੀ ਜਿਹੀ ਬਰੀਫ ਜਾਣਕਾਰੀ ਹੈ। ਅੱਗੇ ਹੋਰ ਹੁਣ ਆਹ ਪੁਆਇੰਟ ਸੀਗਾ, ਮੰਨ ਲਓ ਕੋਈ ਪੀ ਐਕਸ ਵਾਈ ਦੇ ਵਿੱਚ ਇਹ ਕਿਹੜੇ ਕੰਪਲੈਕਸ ਨੰਬਰ ਨੂੰ ਸ਼ੋ ਕਰੂਗਾ, ਇਹ ਸ਼ੋ ਕਰੂਗਾ x + ਆਇਓਟਾ y ਨੂੰ। ਠੀਕ ਹੈ ਕਿ ਨਹੀਂ। ਤੇ ਹੁਣ ਤੁਸੀਂ ਦੇਖੋ ਜੇ ਇਸ ਪੀ ਪੁਆਇੰਟ ਨੂੰ ਅਸੀਂ ਔਰੀਜਨ ਨਾਲ, ਜਿਹਨੂੰ ਅਸੀਂ ਮੂਲ ਬਿੰਦੂ ਕਹਿੰਦੇ ਹੁੰਦੇ ਸੀ, ਜੇ ਉਹਦੇ ਨਾਲ ਮਿਲਾ ਦਈਏ ਤਾਂ ਆਹ ਇੱਕ OP ਲਾਈਨ ਬਣੇਗੀ। ਇਸ OP ਲਾਈਨ ਦਾ ਡਿਸਟੈਂਸ ਕਿੰਨਾ ਹੋਏਗਾ, ਅਸੀਂ ਪਿਛਲੇ ਸਾਲ ਦੂਰੀ ਫਾਰਮੂਲਾ ਜਿਹਨੂੰ ਅਸੀਂ ਡਿਸਟੈਂਸ ਫਾਰਮੂਲਾ ਕਹਿੰਦੇ ਉਹ ਵੀ ਕੀਤਾ ਸੀਗਾ। ਉਹ ਕੀ ਸੀਗਾ, x - 0 ਦਾ ਸਕੁਆਇਰ, ਯਾਨੀ x - 0 ਦਾ ਹੋਲ ਸਕੁਆਇਰ, y - 0 ਦਾ ਹੋਲ ਸਕੁਆਇਰ ਦਾ ਸਕੁਆਇਰ ਰੂਟ, ਇੱਦਾਂ ਸੀਗਾ। ਤਾਂ 0 ਛੱਡਿਆ ਜਾ ਸਕਦਾ ਹੈ, ਤਾਂ x² + y² ਬਣ ਗਿਆ। ਤੇ ਤੁਹਾਨੂੰ ਪਤਾ ਹੈ ਕੀ ਹੁੰਦਾ ਇਹ, ਜੇ ਆ ਸਾਡਾ ਮੰਨ ਲਓ z ਹੁੰਦਾ ਕੰਪਲੈਕਸ ਨੰਬਰ, ਇਹਨੂੰ ਅਸੀਂ z ਕਹਿ ਲਈਏ, ਤਾਂ ਆ ਕੀ ਆ ਗਿਆ ਭਲਾ, ਇਹ z ਦਾ ਮੋਡੂਲਸ ਆ ਗਿਆ ਕਿ ਨਹੀਂ। ਮੋਡੂਲਸ ਦੀ ਵੈਲਿਊ ਇਸ ਤਰ੍ਹਾਂ ਫਾਈਂਡ ਕਰਦੇ ਹੁੰਦੇ ਸੀ, ਯਾਦ ਹੋਣੀ ਤੁਹਾਨੂੰ, ਕੱਲ ਪਰਸੋਂ ਕਰੀਏ ਆਪਾਂ 2-3 ਦਿਨਾਂ 'ਚ। ਠੀਕ ਹੈ ਕਿ ਨਹੀਂ। ਤਾਂ ਆ ਜਿਹੜਾ ਡਿਸਟੈਂਸ ਹੈ ਮੂਲ ਬਿੰਦੂ ਤੋਂ ਜਾਂ ਔਰੀਜਨ ਤੋਂ ਇਸ ਪੁਆਇੰਟ ਦਾ, ਇਹ ਇਹਦੇ ਮੋਡੂਲਸ ਨੂੰ ਸ਼ੋ ਕਰਦਾ ਹੈਗਾ। ਠੀਕ ਹੈ ਕਿ ਨਹੀਂ। ਆ ਇੱਕ ਹੋਰ ਪੁਆਇੰਟ ਸਾਡੇ ਗੱਲ ਸਮਝ ਆ ਗਈ। ਇਹ ਤੋਂ ਬਾਅਦ ਜੇ ਦੋ ਕੌਨਜੂਗੇਟਸ ਹੋਣ, ਜਿਵੇਂ ਹੁਣ ਆ ਹੈਗਾ XY, ਇਹ ਕਿਹੜਾ ਰੀਅਲ ਨੰਬਰ ਹੋਇਆ, x + ਆਇਓਟਾ y ਹੋਇਆ, ਤੇ ਆ ਕੀ ਹੋਇਆ, x - ਆਇਓਟਾ y। ਤਾਂ ਇਹ ਕੀ ਹੈ, ਇੱਕ ਦੂਜੇ ਦੇ ਕੌਨਜੂਗੇਟ ਆ ਇੱਕ ਦੂਜੇ ਦੇ। ਤਾਂ ਉਹਨਾਂ ਦਾ ਜਦੋਂ ਗ੍ਰਾਫ ਬਣਾਵਾਂਗੇ ਤਾਂ ਇੱਕ ਦੂਜੇ ਦੇ ਬਿਲਕੁਲ ਆਪੋਜ਼ਿਟ ਬਣੇਗਾ। ਜੇ ਇੱਕ ਚੀਜ਼ x ਐਕਸਿਸ ਦੇ ਉੱਤਲੇ ਪਾਸੇ ਬਣੂਗੀ, ਦੂਸਰੀ ਚੀਜ਼ ਓਨੀ ਹੀ x ਦੇ ਥੱਲੜੇ ਪਾਸੇ ਬਣੂਗੀ। ਤਾਂ ਇਹਨੂੰ ਅਸੀਂ ਮਿਰਰ ਇਮੇਜ ਵੀ ਕਹਿੰਦੇ ਹਾਂ। ਜਿਵੇਂ ਆਪਾਂ ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਆ, ਆਹ ਸਮਝ ਲਓ ਵੀ ਸ਼ੀਸ਼ਾ ਮਿਰਰ ਹੈ। ਸ਼ੀਸ਼ੇ ਦੇ ਸਾਹਮਣੇ ਆਪਾਂ ਜਿੰਨੀ ਦੂਰ ਖੜੇ ਹੁੰਦੇ ਆ, ਆਪਣੀ ਜਿਹੜੀ ਪਿਕਚਰ ਹੈ ਸ਼ੀਸ਼ੇ ਦੇ ਵਿੱਚ ਓਨੀ ਹੀ ਪਿੱਛੇ ਨੂੰ ਆਉਂਦੀ ਹੈ। ਠੀਕ ਹੈ ਕਿ ਨਹੀਂ। ਤਾਂ ਆ ਇਹਨੂੰ ਅਸੀਂ ਮਿਰਰ ਇਮੇਜ ਵੀ ਕਹਿੰਦੇ ਹਾਂ ਇੱਕ ਦੂਜੇ ਦੀ। P ਜਿਹੜਾ Q ਦਾ ਮਿਰਰ ਇਮੇਜ ਹੈ, Q ਆ ਜਿਹੜਾ P ਦਾ ਮਿਰਰ ਇਮੇਜ ਹੈ। ਤਾਂ ਇਸ ਤਰੀਕੇ ਨਾਲ ਅਸੀਂ ਮਿਰਰ ਇਮੇਜ ਵੀ ਇਹਨਾਂ ਨੂੰ ਕਹਿੰਦੇ ਹਾਂ। ਤੇ ਇਸ ਤਰੀਕੇ ਨਾਲ ਬਣਨ ਵਾਲੇ ਜਿਹੜੇ ਹੈਗੇ ਸਾਡੇ ਕੀ ਹੈ, ਇੱਕ ਦੂਜੇ ਦੇ ਕੌਨਜੂਗੇਟ ਹੋਣਗੇ ਨੰਬਰ। ਠੀਕ ਹੈ। ਹੁਣ ਆ ਗਿਆ ਸਾਡੇ ਕੋਲੇ ਜ਼ਰੂਰੀ ਜਿਹੜਾ ਸਾਡਾ, ਅੱਛਾ ਇਹਦੇ 'ਚ ਇੱਕ ਦੋ ਚੀਜ਼ਾਂ ਤੁਹਾਨੂੰ ਦੱਸਣੀਆਂ ਸੀ, ਅੱਗੇ ਹੀ ਦੱਸਦੇ ਹਾਂ। ਚਲੋ, ਪੋਲਰ ਰਿਪਰੈਜ਼ੈਂਟੇਸ਼ਨ ਆਫ ਕੰਪਲੈਕਸ ਨੰਬਰ। ਆ ਸਾਡੇ ਕੋਲੇ ਕੋਈ ਕੰਪਲੈਕਸ ਨੰਬਰ ਹੈ ਜਿਹਨੂੰ ਅਸੀਂ P ਨਾਲ ਡਿਨੋਟ ਕੀਤਾ ਹੈ, ਤੇ ਆ ਸਾਨੂੰ ਪਤਾ ਹੈ ਆ ਡਿਸਟੈਂਸ R ਹੈ। ਹੁਣੇ ਅਸੀਂ ਡਿਸਕਸ ਕਰਕੇ ਆਏ ਹਾਂ। R ਕੀ ਹੁੰਦਾ, ਇਹਦਾ ਜਿਹੜਾ ਮੋਡੂਲਸ ਹੈ, ਇਹ ਮੋਡੂਲਸ ਜਿਹੜਾ ਇਹਨੂੰ ਅਸੀਂ R ਕਹਿਤਾ। ਠੀਕ ਹੈ ਕਿ ਨਹੀਂ। ਇੱਕ ਚੀਜ਼ ਅਸੀਂ ਨੋਟ ਕਰੀਏ ਜੇ ਆ ਇੱਕ ਲਾਈਨ ਖਿੱਚੀ ਤੇ ਇਹ ਮੰਨ ਲਓ x ਐਕਸਿਸ ਦੀ ਪੋਜ਼ਿਟਿਵ ਡਾਇਰੈਕਸ਼ਨ ਕਿਹੜੀ ਹੁੰਦੀ ਹੈ, ਆਹ ਵਾਲੀ ਪੋਜ਼ਿਟਿਵ ਡਾਇਰੈਕਸ਼ਨ ਹੁੰਦੀ ਹੈ ਇਹਦੀ 0 ਤੋਂ ਸੱਜੇ ਪਾਸੇ, ਕਿਉਂਕਿ ਇਹਦੇ ਸਾਰੇ ਪੋਜ਼ਿਟਿਵ ਨੰਬਰ ਹੁੰਦੇ, ਅਸੀਂ ਇਹਨੂੰ x ਐਕਸਿਸ ਦੀ ਪੋਜ਼ਿਟਿਵ ਡਾਇਰੈਕਸ਼ਨ ਕਹਿੰਦੇ ਹਾਂ। ਆ x ਐਕਸਿਸ ਦੀ ਨੈਗੇਟਿਵ ਡਾਇਰੈਕਸ਼ਨ ਹੈ। ਤਾਂ x ਐਕਸਿਸ ਦੀ ਪੋਜ਼ਿਟਿਵ ਡਾਇਰੈਕਸ਼ਨ ਨਾਲ ਥੀਟਾ ਐਂਗਲ ਬਣਾਉਂਦੀ ਹੈ ਇਹ। ਠੀਕ ਹੈ ਕਿ ਨਹੀਂ। ਤਾਂ ਆ ਜਿਹੜਾ ਕੰਪਲੈਕਸ ਨੰਬਰ ਹੈ, ਇਹਨੂੰ ਡਿਨੋਟ ਕਰਨ ਵਾਲਾ ਜਿਹੜਾ ਪੁਆਇੰਟ ਹੈ, ਇਹਨੂੰ ਜਦੋਂ ਅਸੀਂ ਔਰੀਜਨ ਨਾਲ ਮਿਲਾਇਆ ਤਾਂ ਆ ਜਿਹੜਾ ਡਿਸਟੈਂਸ ਹੈ ਇਹ ਤਾਂ ਹੈਗਾ ਇਹਦਾ ਮੋਡੂਲਸ, ਇਹਨੂੰ ਅਸੀਂ R ਕਹਿਤਾ। ਇਹ ਹਮੇਸ਼ਾ ਪੋਜ਼ਿਟਿਵ ਹੋਏਗਾ, ਅਸੀਂ ਜਾਣਦੇ ਹਾਂ ਮੋਡੂਲਸ ਹਮੇਸ਼ਾ ਪੋਜ਼ਿਟਿਵ ਹੁੰਦਾ। ਤੇ ਇਹੀ ਲਾਈਨ ਜੇ x ਐਕਸਿਸ ਦੀ ਪੋਜ਼ਿਟਿਵ ਡਾਇਰੈਕਸ਼ਨ ਨਾਲ ਥੀਟਾ ਐਂਗਲ ਬਣਾਉਂਦੀ ਹੈ, ਤਾਂ ਆ ਜਿਹੜੇ ਦੋ ਚੀਜ਼ਾਂ ਇਹਦੇ 'ਚ ਆ ਗਈਆਂ ਹੁਣ, R ਤੇ ਥੀਟਾ, ਇਹ ਇਹਦੇ ਕੀ ਨੇ, ਇਹਨਾਂ ਨੂੰ ਅਸੀਂ ਪੋਲਰ ਕੋਆਰਡੀਨੇਟਸ ਕਹਿੰਦੇ ਹਾਂ। ਜਿਵੇਂ XY ਇਹਦੇ ਕਾਰਟੇਜ਼ੀਅਨ ਕੋਆਰਡੀਨੇਟ ਹੈ, P ਦੇ x ਤੇ y ਕੀ ਹੁੰਦੇ ਸੀਗੇ, ਕੋਆਰਡੀਨੇਟਸ ਹੁੰਦੇ ਸੀ, ਇਹਨਾਂ ਨੂੰ ਅਸੀਂ ਕਾਰਟੇਜ਼ੀਅਨ ਕੋਆਰਡੀਨੇਟਸ ਕਹਿੰਦੇ ਹਾਂ। ਹੁਣ ਜਿਹੜੇ ਆਹ ਦੋ ਚੀਜ਼ਾਂ ਆ ਗਈਆਂ, ਇਹ ਇਹਦੇ ਹੋ ਗਏ ਪੋਲਰ ਕੋਆਰਡੀਨੇਟਸ ਕਹਿੰਦੇ ਸੀ। ਆਹ ਦੇਖੋ ਇੱਥੇ ਲਿਖਿਆ ਹੋਇਆ। ਠੀਕ ਹੈ ਨਾ। ਆਹ ਦੇਖੋ R ਥੀਟਾ ਆਰ ਕਾਲਡ ਦਾ ਪੋਲਰ ਕੋਆਰਡੀਨੇਟਸ ਆਫ ਪੁਆਇੰਟ P। ਇਸ ਪੁਆਇੰਟ P ਦੇ ਪੋਲਰ ਕੋਆਰਡੀਨੇਟਸ ਇਹਨਾਂ ਨੂੰ ਅਸੀਂ ਕਹਿੰਦੇ ਹਾਂ। ਇਹਦੀ ਵੈਲਿਊ ਕਿੱਦਾਂ ਨਿਕਲਦੀ ਹੈ। ਠੀਕ ਹੈ ਨਾ।
ਇਹਦੇ ਲਈ ਆਪਾਂ ਆਰ ਤੇ ਥੀਟਾ ਦੀ ਵੈਲਿਊ ਦੇਖਣ ਵਾਸਤੇ ਥੋੜਾ ਜਿਹਾ ਇੱਥੇ ਚੱਲਦੇ ਹਾਂ ਇੱਧਰਲੇ ਪਾਸੇ। ਇੱਥੇ ਮੈਂ ਤੁਹਾਨੂੰ ਇੱਕ ਗ੍ਰਾਫ ਬਣਾਇਆ ਹੋਇਆ, ਇਹਦੇ 'ਚ ਦੇਖੋ ਆ ਸਾਡਾ ਪੁਆਇੰਟ ਹੈ ਇੱਕ 4 3 ਪੁਆਇੰਟ ਕਿਉਂ ਇਹ ਆ ਦੇਖੋ ਐਕਸ ਐਕਸਿਸ ਤੇ ਇਹਦਾ ਡਿਸਟੈਂਸ 4 ਹੈ, ਵਾਈ ਐਕਸਿਸ ਤੇ ਇਹਦਾ ਡਿਸਟੈਂਸ 3 ਤਾਂ 4 3 ਪੁਆਇੰਟ ਹੋ ਗਿਆ। 4 3 ਪੁਆਇੰਟ ਹੈ ਤਾਂ ਆ ਜਿਹੜੀ O ਪੁਆਇੰਟ ਤੋਂ ਇਹਦਾ ਡਿਸਟੈਂਸ ਕਿੰਨਾ ਹੋਏਗਾ, r ਇਕੁਅਲ ਟੂ ਸਕੁਆਇਰ ਰੂਟ ਆਫ 4 ਸਕੁਆਇਰ ਪਲੱਸ 3 ਸਕੁਆਇਰ ਦਾ ਸਕੁਆਇਰ ਰੂਟ ਆ ਜਾਊਗਾ ਇਕੁਅਲ ਟੂ 5 ਦਾ। ਆ ਇਹਦਾ ਕੀ ਆ ਗਿਆ, ਮੋਡੂਲਸ ਆ ਗਿਆ, ਤੇ ਆ ਇਹਦਾ ਹੋ ਗਿਆ, ਆ ਇਹਦਾ ਥੀਟਾ ਐਂਗਲ ਹੋ ਗਿਆ। ਠੀਕ ਹੈ, ਹੁਣ ਐਕਸ ਐਕਸਿਸ ਦੀ ਵੈਲਿਊ, ਐਕਸ ਕੋਆਰਡੀਨੇਟ ਦੀ ਵੈਲਿਊ ਕਿੱਦਾਂ ਫਾਈਂਡ ਕਰੀਏ। ਮੰਨ ਲਓ ਆ ਇਹਦਾ ਐਕਸ ਕੋਆਰਡੀਨੇਟ ਹੈ ਤੇ ਆ ਵਾਈ ਕੋਆਰਡੀਨੇਟ ਹੈ। ਅਸੀਂ ਫਾਈਂਡ ਕਰਨੀ ਆ ਆਰ ਦੀ ਤੇ ਥੀਟਾ ਦੀ ਵੈਲਿਊ। ਠੀਕ ਹੈ ਕਿ ਨਹੀਂ, ਪਹਿਲਾਂ ਤਾਂ ਐਕਸ ਵਾਈ ਦੀ ਵੈਲਿਊ ਫਾਈਂਡ ਕਰੀਏ, ਐਕਸ ਵਾਈ ਦੀ ਕਿੰਨੀ ਵੈਲਿਊ ਆਏਗੀ। ਆਹ ਡਿਸਟੈਂਸ ਹੈ ਇੱਥੋਂ ਲੈ ਕੇ ਇੱਥੋਂ ਤੱਕ ਦਾ ਡਿਸਟੈਂਸ ਐਕਸ ਹੁੰਦਾ। ਠੀਕ ਹੈ ਨਾ, ਆਹ ਡਿਸਟੈਂਸ ਕੀ ਹੁੰਦਾ, ਇਹ ਵਾਈ ਹੁੰਦਾ। ਇੱਧਰ ਕਹਿ ਲਓ ਵਾਈ, ਚਾਹੇ ਇੱਥੇ ਕਹਿ ਲਓ, ਇੱਕੋ ਹੀ ਗੱਲ ਹੈ, ਇੱਕ ਦੂਜੇ ਦੇ ਬਰਾਬਰ ਹੀ ਹੁੰਦੇ ਆ। ਤਾਂ ਆਹ ਡਿਸਟੈਂਸ ਐਕਸ ਹੈ, ਆਹ ਡਿਸਟੈਂਸ ਵਾਈ ਹੈ। ਹੁਣ ਇਸ ਟਰਾਇੰਗਲ 'ਚ ਦੇਖੋ ਇਹ ਕਿਹੜਾ ਟਰਾਇੰਗਲ ਬਣ ਗਿਆ, ਇਹ ਇੱਕ ਰਾਈਟ ਟਰਾਇੰਗਲ ਬਣ ਗਿਆ ਜਿਹਨੂੰ ਅਸੀਂ ਸਮਕੋਣ ਤਿਕੋਣ ਕਹਿੰਦੇ ਹਾਂ। ਪੰਜਾਬੀ 'ਚ ਕਹਿੰਦੇ ਸੀ ਸਮਕੋਣ ਤਿਕੋਣ, ਇਹਨੂੰ ਅਸੀਂ ਇੰਗਲਿਸ਼ 'ਚ ਕਹਿੰਦੇ ਹਾਂ ਰਾਈਟ ਐਂਗਲ ਟਰਾਇੰਗਲ ਜਾਂ ਕੱਲਾ ਰਾਈਟ ਟਰਾਇੰਗਲ ਵੀ ਕਹਿੰਦੇ ਨੇ। ਰਾਈਟ ਐਂਗਲ ਟਰਾਇੰਗਲ ਵੀ ਕਹਿੰਦੇ, ਰਾਈਟ ਐਂਗਲ ਦੇ ਸਮਕੋਣ ਨੂੰ ਕਹਿੰਦੇ ਆ, ਤੇ ਟਰਾਇੰਗਲ ਤਿਕੋਣ ਨੂੰ ਕਹਿੰਦੇ ਆ। ਰਾਈਟ ਐਂਗਲ ਟਰਾਇੰਗਲ ਕਹਿ ਲਓ ਜਾਂ ਕੱਲਾ ਰਾਈਟ ਟਰਾਇੰਗਲ ਵੀ ਕਹਿੰਦੇ ਨੇ ਅਸੀਂ, ਯਾਨੀ ਸਮਕੋਣ ਤਿਕੋਣ ਹੈ। ਇਸ ਸਮਕੋਣ ਤਿਕੋਣ ਦੇ ਵਿੱਚ ਅਸੀਂ ਜੇ x ਦੀ ਵੈਲਿਊ ਫਾਈਂਡ ਕਰਨੀ ਹੈ, r ਸਾਨੂੰ ਪਤਾ ਹੈ, ਥੀਟਾ ਸਾਨੂੰ ਪਤਾ ਹੈ, ਤਾਂ ਸਾਨੂੰ ਪਤਾ ਹੈ ਪਿਛਲੇ ਸਾਲ ਅਸੀਂ ਇਹ ਕੀਤਾ ਸੀਗਾ। x ਦੀ ਵੈਲਿਊ ਫਾਈਂਡ ਕਰਨ ਵਾਸਤੇ ਕੀ ਕਰੀਏ ਅਸੀਂ, x ਹੈਗਾ ਇਹਦਾ ਬੇਸ, ਬੇਸ ਮਤਲਬ ਆਧਾਰ, ਤੇ r ਕੀ ਹੈ ਇਹਦਾ ਹਾਈਪੋਟੇਨਸ ਜਿਹਨੂੰ ਅਸੀਂ ਕਰਨ ਕਹਿੰਦੇ ਹੁੰਦੇ ਸੀਗੇ। ਤਾਂ x ਬਟਾ r ਕੀ ਬਣ ਗਿਆ, x ਬਟਾ r ਦੀ ਵੈਲਿਊ, x ਹੈਗਾ ਬੇਸ ਆਧਾਰ ਤੇ ਆ ਹੈਗਾ ਹਾਈਪੋਟੇਨਸ, ਤਾਂ ਇਹਦੀ ਵੈਲਿਊ ਹੁੰਦੀ ਹੈ ਆਧਾਰ ਬਟਾ ਕਰਨ cos ਥੀਟਾ ਹੁੰਦਾ। ਤਾਂ ਥੀਟਾ ਇੱਥੇ ਥੀਟਾ ਹੀ ਹੈ, ਤਾਂ r x ਇਕੁਅਲ ਟੂ cos ਥੀਟਾ, ਤਾਂ x ਦੀ ਵੈਲਿਊ ਕੀ ਆ ਗਈ, r cos ਥੀਟਾ। ਠੀਕ ਹੈ, ਤੇ y ਦੀ ਵੈਲਿਊ ਇਸੇ ਤਰ੍ਹਾਂ ਜੇ ਫਾਈਂਡ ਕਰੀਏ, y ਕੀ ਹੈ, ਪਰਪੈਂਡੀਕੂਲਰ ਹੈ ਜਿਹਨੂੰ ਅਸੀਂ ਬੇਸ ਕਹਿੰਦੇ ਆ ਲੰਬ, ਤਾਂ ਲੰਬ ਦੀ ਵੈਲਿਊ ਹੈਗੀ ਆ y ਬਟਾ ਹਾਈਪੋਟੇਨਸ ਕਰ ਦਿਓ r, ਤਾਂ ਇਹ ਹੋ ਗਿਆ ਲੰਬ ਬਟਾ ਕਰਨ ਕਾਹਦੇ ਬਰਾਬਰ ਹੁੰਦਾ, ਸਾਈਨ ਥੀਟਾ ਦੇ। ਤਾਂ y ਇਕੁਅਲ ਟੂ ਕੀ ਆ ਜਾਏਗਾ, r ਸਾਈਨ ਥੀਟਾ। ਠੀਕ ਹੈ ਨਾ, x ਬਰਾਬਰ r cos ਥੀਟਾ, y ਇਕੁਅਲ ਟੂ r ਸਾਈਨ ਥੀਟਾ। ਅਸੀਂ ਇਹ ਵਾਲੀ ਵੈਲਿਊ z ਦੇ ਵਿੱਚ ਪੁੱਟ ਕਰ ਦਿਆਂਗੇ। z ਇਕੁਅਲ ਟੂ ਸਾਡੇ ਕੋਲ ਹੁੰਦਾ ਨਾ, z ਦੀ ਵੈਲਿਊ ਹੁੰਦੀ ਹੈ x ਪਲੱਸ ਆਇਟਾ y। ਠੀਕ ਹੈ ਨਾ, ਹੁਣ ਉਹਦੇ ਥਾਂ ਤੇ ਅਸੀਂ x ਦੀ ਥਾਂ ਤੇ ਪੁੱਟ ਕਰ ਦਈਏ r cos ਥੀਟਾ, ਤੇ y ਦੀ ਥਾਂ ਤੇ ਪੁੱਟ ਕਰ ਦਈਏ ਆਇਟਾ r ਸਾਈਨ ਥੀਟਾ। ਤਾਂ ਇਹਦੇ ਚੋਂ ਜੇ ਅਸੀਂ r ਕਾਮਨ ਕੱਢ ਲਈਏ, ਪਿੱਛੇ ਕੀ ਬਚਿਆ, cos ਥੀਟਾ ਪਲੱਸ ਆਇਟਾ ਸਾਈਨ ਥੀਟਾ। ਸੋ ਇਸ ਫਾਰਮ ਨੂੰ, ਆ ਤਾਂ ਹੈਗੀ ਹੈ z ਦੀ ਕਾਰਟੇਜ਼ੀਅਨ ਫਾਰਮ, z i x ਪਲੱਸ ਆਇਟਾ y, ਇਹ ਕੀ ਸੀਗੀ, z ਦੀ ਕਾਰਟੇਜ਼ੀਅਨ ਫਾਰਮ। ਜਦੋਂ ਅਸੀਂ ਇਹਨੂੰ ਇਸ ਤਰੀਕੇ ਨਾਲ ਵੈਲਿਊਜ਼ ਪੁੱਟ ਕਰਕੇ ਆ ਫਾਈਂਡ ਕਰ ਲੈਂਦੇ ਆ, ਤੇ ਇਹ ਹੋ ਜਾਂਦੀ ਹੈ ਇਹਦੀ ਪੋਲਰ ਫਾਰਮ ਜਾਂ ਪੋਲਰ ਰੀਪ੍ਰੈਜ਼ੈਂਟੇਸ਼ਨ। ਉੱਤੇ ਸਵਾਲ ਸੀਗਾ ਨਾ ਸਾਡੇ, ਕੁਐਸਚਨ ਸੀਗਾ ਵੀ ਅਸੀਂ ਆਰਗਨਸ ਪਲੇਨ ਦੇ ਨਾਲ ਪੋਲਰ ਰੀਪ੍ਰੈਜ਼ੈਂਟੇਸ਼ਨ ਫਾਈਂਡ ਕਰਨੀ ਸੀ। ਹਰ ਇੱਕ ਕੋਈ ਵੀ ਜਿਹੜਾ ਸਾਡਾ ਕੰਪਲੈਕਸ ਨੰਬਰ ਹੈ ਉਹਦੀ ਪੋਲਰ ਰੀਪ੍ਰੈਜ਼ੈਂਟੇਸ਼ਨ ਫਾਈਂਡ ਕਰਨੀ ਹੈ, ਤਾਂ ਪੋਲਰ ਰੀਪ੍ਰੈਜ਼ੈਂਟੇਸ਼ਨ ਇਸ ਤਰੀਕੇ ਨਾਲ ਇਹਦੀ ਫਾਈਂਡ ਕੀਤੀ ਜਾਏਗੀ। x ਦੀ ਥਾਂ ਤੇ ਅਸੀਂ r cos ਥੀਟਾ ਪੁੱਟ ਕਰਾਂਗੇ, ਤੇ y ਦੀ ਥਾਂ ਤੇ r sin ਥੀਟਾ ਪੁੱਟ ਕਰਾਂਗੇ, ਉਹਦੇ ਨਾਲ ਇਹ ਵੈਲਿਊਜ਼ ਨਿਕਲਣਗੀਆਂ। ਹੁਣ ਥੀਟਾ ਦੀ ਵੈਲਿਊ ਥੋੜਾ ਜਿਹਾ ਖਿਆਲ ਕਰਨਾ, cos ਥੀਟਾ sin ਥੀਟਾ ਕਿਵੇਂ ਨਿਕਲਣਗੇ। ਠੀਕ ਹੈ, ਇਹ ਤੇ ਅਜੇ ਥੋੜਾ ਜਿਹਾ ਧਿਆਨ ਦਈਏ। ਹੁਣ ਥੀਟਾ ਦੀ ਵੈਲਿਊ ਦੇਖੋ, ਜਦੋਂ ਤਾਂ ਥੀਟਾ ਹੈਗਾ ਇੱਥੇ, ਆ ਅਸੀਂ ਇਨੀਸ਼ੀਅਲ ਲਾਈਨ ਮੰਨ ਲਈਏ, ਜਿਹਨੂੰ ਅਸੀਂ ਸ਼ੁਰੂਆਤੀ ਲਾਈਨ ਕਹਿ ਸਕਦੇ ਹਾਂ, ਐਕਸ ਐਕਸਿਸ ਦਾ ਜਿਹੜਾ ਪੋਜ਼ਿਟਿਵ ਡਾਇਰੈਕਸ਼ਨ ਹੈ, ਇਹਨੂੰ ਅਸੀਂ ਸ਼ੁਰੂਆਤੀ ਲਾਈਨ ਮੰਨ ਲਈਏ। ਜੇ ਆ ਪੁਆਇੰਟ ਇਹਦੇ ਉੱਤੇ ਹੀ ਹੋਵੇ, ਜਿਹਦਾ ਅਸੀਂ ਮੰਨ ਲਓ ਪੋਲਰ ਰੀਪ੍ਰੈਜ਼ੈਂਟੇਸ਼ਨ ਫਾਈਂਡ ਕਰਨਾ ਚਾਹੁੰਦੇ ਹਾਂ, ਉਹ ਪੁਆਇੰਟ ਇਹਦੇ ਉੱਤੇ ਹੋਵੇ ਤਾਂ ਥੀਟਾ ਦੀ ਵੈਲਿਊ ਹੋ ਜਾਏਗੀ 0, ਕਿਉਂਕਿ ਆ ਐਸੇ ਲਾਈਨ ਦੇ ਉੱਤੇ ਆ ਗਿਆ, ਆ ਲਾਈਨ ਜਿਹੜੀ ਹੈ ਉਤਲੀ, ਇਹ ਇਹਦੇ ਉੱਤੇ ਹੀ ਆ ਗਈ, ਤਾਂ ਇਹ ਕੀ ਹੋ ਗਿਆ, 0 ਹੀ ਹੋ ਗਈ ਥੀਟਾ ਦੀ ਵੈਲਿਊ। ਹੁਣ ਇਹੀ ਜੇ ਲਾਈਨ ਵੱਧ ਕੇ ਇਸ ਤਰ੍ਹਾਂ ਇੱਥੇ ਆ ਜੇ ਤਾਂ ਥੀਟਾ ਦੀ ਵੈਲਿਊ ਹੋ ਜਾਊਗੀ 90, ਇੱਥੇ ਤੱਕ ਪਹੁੰਚਦੀ। ਇਸ ਤੋਂ ਗਾਂਹ ਜੇ ਜਾਈਏ, ਇੱਥੇ ਤੱਕ ਪਹੁੰਚਦਾ ਥੀਟਾ ਦਾ ਮੁੱਲ ਕਿੰਨਾ ਹੋ ਜਾਊਗਾ, 180। 180 ਤੋਂ ਵੀ ਜੇ ਹੋਰ ਗਾਂਹ ਚੱਲੀਏ, ਇੱਥੇ ਆਉਂਦਾ ਜੇ, ਜਿਵੇਂ ਹੁਣ ਆਹ ਪੁਆਇੰਟ ਸੀਗਾ ਮੰਨ ਲਓ
ਸੀ ਪੁਆਇੰਟ ਜਦੋਂ ਆਪਾਂ ਇਹਦਾ ਥੀਟਾ ਕੱਢਣ ਦੀ ਕੋਸ਼ਿਸ਼ ਕਰਾਂਗੇ ਤਾਂ ਥੀਟਾ ਇਸ ਤਰੀਕੇ ਨਾਲ ਨਿਕਲੂਗਾ, ਇੱਥੋਂ ਲੈ ਕੇ ਇੱਥੋਂ ਤੱਕ ਆਹ ਸਾਰਾ ਥੀਟਾ ਹੋ ਜਾਏਗਾ। ਠੀਕ ਹੈ ਕਿ ਨਹੀਂ? ਤਾਂ ਜੇ ਇਸ ਪੁਆਇੰਟ ਦੇ ਉੱਤੇ ਕੋਈ ਆਹ ਪੁਆਇੰਟ ਹੁੰਦਾ, ਇਹਦਾ ਕੱਢਣਾ ਹੁੰਦਾ, ਤੇ ਇੱਥੇ ਪਹੁੰਚਦਾ ਥੀਟਾ ਦੀ ਵੈਲਿਊ ਇਸ ਤਰੀਕੇ ਨਾਲ ਮੁੜ ਕੇ ਆ ਕੇ 270 ਹੋ ਜਾਣੀ ਸੀ। ਤੇ ਜੇ ਇਹੀ ਪੁਆਇੰਟ ਮੁੜ ਕੇ ਇੱਥੇ ਆ ਜਾਂਦਾ ਤੇ ਇਹਨੇ ਕੀ ਹੋ ਜਾਣਾ ਸੀਗਾ, 360 ਹੋ ਜਾਣੀ ਸੀ। ਆਹੀ ਵੈਲਿਊ ਥੀਟਾ ਦੀ 360, ਯਾਨੀ ਥੀਟਾ ਦੀ ਜਿਹੜੀ ਵੈਲਿਊ ਹੈ ਉਹ ਘੱਟੋ ਘੱਟ 0 ਹੋ ਸਕਦੀ ਹੈ ਤੇ ਵੱਧ ਤੋਂ ਵੱਧ ਹੈ ਜਿਹੜੀ ਉਹ 360 ਹੋ ਸਕਦੀ ਹੈ। ਥੀਟਾ ਦੀ ਵੈਲਿਊ ਇਸ ਤਰੀਕੇ ਨਾਲ ਫਾਈਂਡ ਕਰ ਸਕਦੇ। ਹੁਣ ਇੱਥੇ ਇਹਨਾਂ ਦੀਆਂ ਵੈਲਿਊਜ਼ ਕੱਢਣੀਆਂ ਸਿੱਖਣੀਆਂ, ਕਿਉਂਕਿ ਅਸੀਂ ਤਾਂ ਜਾਣਦੇ ਹਾਂ ਥੀਟਾ ਦੀਆਂ ਵੈਲਿਊਜ਼ ਕਿੱਥੋਂ ਤੱਕ, 90 ਤੱਕ ਜਾਣਦੇ। ਸਾਈਨ ਥੀਟਾ ਜੇ ਤੁਹਾਨੂੰ ਕੋਈ ਪੁੱਛੇ ਤਾਂ ਤੁਸੀਂ ਜਾਣਦੇ ਹੋ ਵੀ ਸਾਈਨ 0 ਦੀ ਵੈਲਿਊ ਕਿੰਨੀ ਹੁੰਦੀ ਹੈ, ਸਾਈਨ 45 ਸਾਈਨ 30 ਦੀ ਵੈਲਿਊ ਕਿੰਨੀ ਹੈ, ਸਾਈਨ 45 ਦੀ ਵੈਲਿਊ ਕਿੰਨੀ ਹੁੰਦੀ ਹੈ, ਸਾਈਨ 60 ਦੀ ਜਾਂ ਸਾਈਨ 90 ਤੱਕ ਦੀ ਵੈਲਿਊ ਤੁਹਾਨੂੰ ਪਤਾ ਹੈ। ਉਸ ਤੋਂ ਗਾਂਹਲੀਆਂ ਵੈਲਿਊਜ਼ ਹੀ ਨਹੀਂ ਪਤਾ। ਹੁਣ ਜੇ ਮੰਨ ਲਓ ਆਹ ਐਂਗਲ ਹੈ, ਆਹ ਪੁਆਇੰਟ ਹੈ, ਇਹ ਤੇ ਤੁਸੀਂ ਹੁਣ ਥੀਟਾ ਦੀ ਵੈਲਿਊ ਕੱਢਣਾ ਤਾਂ ਤੁਸੀਂ ਤਾਂ ਫਿਰ ਕੱਢ ਹੀ ਨਹੀਂ ਸਕਦੇ, ਕਿਉਂਕਿ ਤਾਂ 90 ਤੋਂ ਵੀ ਅੱਗੇ ਟੱਪ ਗਈ ਵੈਲਿਊ। ਠੀਕ ਹੈ ਕਿ ਨਹੀਂ? 90 ਤੇ 180 ਦੇ ਵਿਚਾਲੇ ਮੰਨ ਲਓ ਇਹ 120 ਜਾਂ 130 ਹੋਵੇ ਤਾਂ ਸਾਈਨ 120 ਜਾਂ 130 ਦੀ ਵੈਲਿਊ ਕਿੱਦਾਂ ਨਿਕਲੇਗੀ? ਇਹ ਹੁਣ ਸਾਡਾ ਜਿਹੜਾ ਪੁਆਇੰਟ ਹੈ ਡਿਸਕਸ ਕਰਨਾ ਜਿਹੜਾ ਅਸੀਂ। ਜੇ ਇਦੋਂ ਗਾਂਹ ਚਲੇ ਗਏ, ਮੰਨ ਲਓ ਇੱਥੇ ਆ ਗਿਆ ਜਾਂ ਇੱਥੇ ਆ ਗਿਆ 270 ਆ ਗਿਆ ਥੀਟਾ ਦਾ ਮੁੱਲ, ਤਾਂ ਉਹਦੀ ਅਸੀਂ ਵੈਲਿਊ ਕਿਵੇਂ ਫਾਈਂਡ ਕਰਾਂਗੇ? ਐਸੇ ਤਰ੍ਹਾਂ ਜੇ ਵੱਧਦਾ 360 ਹੋ ਗਿਆ ਤਾਂ ਉਹਦੀ ਵੈਲਿਊ ਕਿਵੇਂ ਫਾਈਂਡ ਕਰਾਂਗੇ? ਤਾਂ ਇਹ ਚੀਜ਼ਾਂ ਅੱਜ ਅਸੀਂ ਡਿਸਕਸ ਕਰਨੀਆਂ। ਇਹ ਜੇ ਸਾਨੂੰ ਪਤਾ ਲੱਗ ਗਿਆ ਫਿਰ ਇਹ ਸਵਾਲ ਦੇ ਵਿੱਚ ਕੁਝ ਨਹੀਂ ਹੈਗਾ, ਬਹੁਤ ਸੌਖਾ ਸਵਾਲ। ਇੱਕ ਤਾਂ ਤਰੀਕਾ ਇਹ ਹੈ ਵੀ ਇਹਦੀ ਜਿਹੜੀ ਵੈਲਿਊ ਅਸੀਂ ਇਸ ਤਰ੍ਹਾਂ ਲਈਏ 0 ਤੋਂ ਲੈ ਕੇ 360 ਤੱਕ ਕਾਊਂਟ ਕਰੀਏ। ਦੂਜਾ ਤਰੀਕਾ ਇੱਕ ਹੋਰ ਵੀ ਹੈ, ਮੈਂ ਉਹ ਥੋੜ੍ਹਾ ਜਿਹਾ ਤੁਹਾਨੂੰ ਡਿਸਕਸ ਕਰਦੇ ਹਾਂ ਕਿਉਂਕਿ ਅਸੀਂ ਉਹਦਾ ਯੂਜ਼ ਕਰਨਾ। ਦੂਸਰਾ ਕੀ ਹੈ, ਇੱਕ ਤਾਂ ਅਸੀਂ ਆਹ ਥੀਟਾ ਦੇਖ ਲਿਆ, ਇੱਧਰ ਨੂੰ ਜਦੋਂ ਅਸੀਂ ਕਾਊਂਟ ਕਰਦੇ ਹਾਂ ਇਹਨੂੰ, ਇੱਥੇ ਜਦੋਂ ਅਸੀਂ ਦੇਖਦੇ ਹਾਂ ਥੀਟਾ ਦੀ ਵੈਲਿਊ ਵੱਧਦੀ ਜਾਂਦੀ ਹੈ, ਐਂ ਵੱਧਦੀ ਇੱਥੋਂ ਤੱਕ ਪਹੁੰਚੀ 180 ਡਿਗਰੀ। 180 ਡਿਗਰੀ ਨੂੰ ਅਸੀਂ ਪਾਈ ਵੀ ਕਹਿੰਦੇ ਹੈਗੇ ਦੂਜੇ ਰੇਡੀਅਨ ਫਾਰਮ 'ਤੇ। ਇਸੇ ਤਰ੍ਹਾਂ ਇੱਥੇ ਇਹਦੀ ਵੈਲਿਊ ਸੀਗੀ 90 ਤੇ ਅਸੀਂ ਇਹਨੂੰ π/2 ਵੀ ਕਹਿੰਦੇ। ਠੀਕ ਹੈ, ਤੇ ਇੱਥੋਂ ਤੱਕ ਸਿੱਧੀ ਵੈਲਿਊ ਹੋਊਗੀ ਪੋਜ਼ਿਟਿਵ ਵੈਲਿਊ। ਜੇ ਇਹਨੂੰ ਅਸੀਂ ਇੱਧਰੋਂ ਐ ਪੁੱਠਾ ਆਉਣ ਦੀ ਬਜਾਏ ਐਂ ਚੱਲ ਪਈ ਇੱਧਰੋਂ, ਤਾਂ ਇਹ ਮਾਈਨਸ ਥੀਟਾ ਹੋ ਜਾਂਦਾ। ਜਿਵੇਂ ਉੱਥੇ ਉੱਪਰ 190 ਸੀ ਪਲੱਸ ਦਾ, ਇਹ -90 ਹੈ। ਇਸੇ ਤਰ੍ਹਾਂ ਇੱਧਰ ਨੂੰ ਜੇ ਹੋਰ ਗਾਂਹ ਚਲੀ ਜਾਈਏ ਤਾਂ ਇਹ ਹੋ ਜਾਊਗਾ -180 ਡਿਗਰੀ, ਯਾਨੀ 0 ਤੋਂ 180 ਡਿਗਰੀ ਪਲੱਸ ਤੇ ਇੱਧਰ 0 ਤੋਂ -180 ਡਿਗਰੀ। ਤਾਂ ਸਾਨੂੰ 270 ਤੇ 360 ਵਾਲਾ ਜਿਹੜਾ ਕੰਮ ਸਾਡਾ ਉਹਨੂੰ ਛੱਡ ਕੇ ਸਾਡਾ ਜਿਹੜਾ ਐਂਗਲ ਆ ਛੋਟਾ ਰਹਿ ਜਾਊਗਾ। ਯਾਨੀ ਅਸੀਂ ਥੀਟਾ ਦੀ ਵੈਲਿਊ ਕੀ ਲਈਏ, -180 ਡਿਗਰੀ ਤੋਂ ਲੈ ਕੇ +180 ਡਿਗਰੀ ਤੱਕ। ਇਹਨੂੰ ਜਿਹੜਾ ਹੈਗਾ ਪ੍ਰਿੰਸੀਪਲ ਆਰਗੂਮੈਂਟ ਕਹਿੰਦੇ ਆ, ਇਹਨੂੰ ਪ੍ਰਿੰਸੀਪਲ। ਇਹ ਇਸ ਚੀਜ਼ ਦੀ ਹੈਲਪ ਨਾਲ ਅਸੀਂ ਫਾਈਂਡ ਕਰਾਂਗੇ। ਹੁਣ ਪਹਿਲਾਂ ਤਾਂ ਇੱਕ ਚੀਜ਼ ਅਸੀਂ ਸਮਝ ਲਈਏ ਆਰਗੂਮੈਂਟ ਕੀ ਹੁੰਦਾ, ਉਹ ਵੀ ਦੇਖ ਲਈਏ, ਫਿਰ ਆਪਾਂ ਅੱਗੇ ਡਿਸਕਸ ਕਰਦੇ ਹਾਂ। ਆ ਜਿਹੜਾ ਥੀਟਾ ਹੈ ਇਹਨੂੰ ਅਸੀਂ ਐਸ ਤੇਰਾ ਕੀ ਨਾਂ ਲੈਂਦੇ ਆ, ਕੰਪਲੈਕਸ ਨੰਬਰ ਦਾ ਆਰਗੂਮੈਂਟ ਕਹਿੰਦੇ ਆ। ਕੀ ਕਹਿੰਦੇ ਆ? ਆਰਗੂਮੈਂਟ। ਹੁਣ ਜਿਹੜੀ ਆਪਾਂ ਡਿਸਕਸ ਕਰੀਏ ਗੱਲ ਪਹਿਲਾਂ ਉਹ ਦੇਖ ਲਓ। ਵੀ ਹੈਵ x = r cos theta, y = r sin theta, therefore z = r cos theta plus iota sin theta। ਆ ਹੋ ਗਈ ਸਾਡੀ ਪੋਲਰ ਫਾਰਮ। The later is said to be the polar form of the complex number। later ਮਤਲਬ ਆਹ ਵਾਲਾ ਜਿਹੜੇ ਬਾਅਦ ਚ ਲਿਖਿਆ ਹੋਇਆ ਇਹ ਕੀ ਹੈ? ਪੋਲਰ ਫਾਰਮ ਹੈ ਕੰਪਲੈਕਸ ਨੰਬਰ ਦੀ, ਜਿੱਥੇ r ਦੀ ਜਿਹੜੀ ਵੈਲਿਊ ਆ ਉਹ ਕੀ ਹੈ? √(x² + y²। ਆਪਾਂ ਡਿਸਕਸ ਕੀਤਾ ਸੀਗਾ ਮੋਡੂਲਸ ਆਫ z ਦੇ ਇਕੁਅਲ is the modulus of z and theta is called argument। ਆ ਜਿਹੜਾ ਥੀਟਾ ਹੈ ਇਹਨੂੰ ਅਸੀਂ ਇਸ ਕੰਪਲੈਕਸ ਨੰਬਰ ਦਾ ਆਰਗੂਮੈਂਟ ਵੀ ਕਹਿੰਦੇ ਆ, ਐਂਪਲੀਟਿਊਡ ਵੀ ਕਹਿੰਦੇ ਆ, of z which is denoted by argz। ਠੀਕ ਹੈ ਕਿ ਹੁਣ ਇਹ ਆਰਗੂਮੈਂਟ ਦੀ ਵੈਲਿਊ ਵਾਸਤੇ ਆਪਾਂ ਦੋ ਗੱਲਾਂ ਡਿਸਕਸ ਕੀਤੀਆਂ ਵੀ ਜੇ ਤਾਂ ਅਸੀਂ ਇਹਨੂੰ ਲੈ ਸਕਦੇ ਸੀਗੇ 0 ਤੋਂ 2π। 0 ਤੋਂ 2π ਮਤਲਬ 0 ਤੋਂ ਲੈ ਕੇ 360 ਤੱਕ। ਠੀਕ ਹੈ ਕਿ ਇਹ ਵੀ ਲੈ ਸਕਦੇ ਸੀ ਇੰਟਰਵਲ, ਤੇ ਦੂਸਰਾ ਇੰਟਰਵਲ ਅਸੀਂ ਲੈ ਸਕਦੇ ਹਾਂ -π ਤੋਂ ਲੈ ਕੇ +π ਤੱਕ। ਠੀਕ ਹੈ ਕਿ -π ਤੋਂ ਗ੍ਰੇਟਰ ਦੈਨ ਇਕੁਅਲ ਨਹੀਂ ਹੈਗਾ, ਇੱਥੇ ਖਿਆਲ ਰੱਖਣਾ। -180 ਤੋਂ ਵੱਡਾ ਤੇ
180 ਤੋਂ ਛੋਟਾ ਜਾਂ ਬਰਾਬਰ, ਠੀਕ ਹੈ ਨਾ। ਕੈਨ ਵੀ ਸੱਚ ਇੰਟਰਵਲ, ਇਹ ਵੀ ਇੰਟਰਵਲ ਹੋ ਸਕਦਾ ਸੀਗਾ। ਤੇ ਵੀ ਸ਼ੈਲ ਟੇਕ ਦਾ ਵੈਲਿਊ ਆਫ ਥੀਟਾ ਸੱਚ ਦੈਟ ਥੀਟਾ ਇਜ਼ ਗ੍ਰੇਟਰ ਦੈਨ ਮਾਈਨਸ ਪਾਈ ਐਂਡ ਲੈਸ ਦੈਨ ਇਕੁਅਲ ਟੂ ਪਾਈ, ਕਾਲਡ ਪ੍ਰਿੰਸੀਪਲ ਆਰਗੂਮੈਂਟ ਆਫ ਜ਼ੈਡ ਐਂਡ ਇਜ਼ ਡਿਨੋਟਡ ਬਾਈ ਆਰਗ ਜ਼ੈਡ। ਇਹਨੂੰ ਅਸੀਂ ਲਵਾਂਗੇ, ਜਿਹੜਾ ਸਾਡਾ ਸਵਾਲ ਹੈ ਉਹ ਇਹਦੇ ਇਸ ਇੰਟਰਵਲ ਦੇ ਮੈਥਡ ਨਾਲ ਅਸੀਂ ਕਰਾਂਗੇ, ਇਹਦੇ ਨਾਲ ਨਹੀਂ ਕਰਾਂਗੇ, ਠੀਕ ਹੈ ਕਿ ਨਹੀਂ। ਤਾਂ ਇਹਨੂੰ ਕਿਵੇਂ ਫਾਈਂਡ ਕਰਨਾ, ਹੁਣ ਆਪਾਂ ਡਿਸਕਸ ਕਰੀਏ ਵੀ ਜੇ 90 ਤੋਂ ਆਸੇ-ਪਾਸੇ ਹੁਣ ਫਸਟ ਕੁਆਡਰੈਂਟ 'ਚ ਰਵੇ ਤਾਂ ਜੇ ਤਾਂ ਸਾਡਾ ਜਿਹੜਾ ਹੈਗਾ ਤੇਰਾ ਆਹ ਕੰਪਲੈਕਸ ਨੰਬਰ ਫਸਟ ਕੁਆਡਰੈਂਟ 'ਚ ਹੈ, ਫਿਰ ਤਾਂ ਇਹਦੀ ਵੈਲਿਊ 90 ਤੱਕ ਰਹਿਣੀ ਆ, ਉਹ ਤਾਂ ਸਾਨੂੰ ਆਉਂਦੀ ਹੈ ਕੱਢਣੀ, ਠੀਕ ਹੈ ਕਿ ਨਹੀਂ। 90 ਤੱਕ ਫਸਟ ਕੁਆਡਰੈਂਟ ਦੇ ਵਿੱਚ ਖਿਆਲ ਕਰਨਾ cos ਥੀਟਾ ਤੇ sin ਥੀਟਾ ਇਹ ਦੋਨੇ ਹੀ ਪੋਜ਼ਿਟਿਵ ਹੁੰਦੇ ਆ, ਦੋਹਾਂ ਦੀ ਵੈਲਿਊ ਪੋਜ਼ਿਟਿਵ ਆਏਗੀ। ਤੁਸੀਂ ਦੇਖਿਆ ਸੀਗਾ 90 ਤੱਕ ਅਸੀਂ ਵੈਲਿਊਜ਼ ਫਾਈਟ ਕੀਤੀਆਂ ਸੀਗੀਆਂ ਸਾਈਨ ਤੇ ਕਾਸ ਦੀਆਂ, ਉਹਨਾਂ 'ਚ ਕਿਸੇ ਨਾਲ ਵੀ ਮਾਈਨਸ ਸਾਈਨ ਨਹੀਂ ਸੀ ਆਇਆ ਪਿਛਲੇ ਸਾਲ। ਇਸ ਤੋਂ ਬਾਅਦ ਜਿਹੜੀਆਂ ਆਉਂਦੀਆਂ ਹੈ 190 ਤੋਂ ਤੇ 180 ਦੇ ਵਿਚਾਲੇ ਜਿਹੜਾ ਸੈਕੰਡ ਕੁਆਡਰੈਂਟ ਹੈ, ਇਹਦੇ ਵਿੱਚ ਸਾਈਨ ਥੀਟਾ ਤਾਂ ਪੋਜ਼ਿਟਿਵ ਹੁੰਦਾ ਹੈ, ਇੱਥੇ ਕਾਸ ਥੀਟਾ ਜਿਹੜਾ ਉਹ ਨੈਗੇਟਿਵ ਹੁੰਦਾ ਹੈ। ਕਾਸ ਥੀਟਾ ਕੀ ਹੁੰਦਾ ਹੈ? ਨੈਗੇਟਿਵ ਹੁੰਦਾ। ਥਰਡ ਕੁਆਡਰੈਂਟ ਦੇ ਵਿੱਚ ਸਾਈਨ ਥੀਟਾ ਵੀ ਨੈਗੇਟਿਵ ਹੁੰਦਾ ਹੈ ਤੇ ਕਾਸ ਥੀਟਾ ਵੀ ਨੈਗੇਟਿਵ ਹੁੰਦਾ। ਇਹ ਸਾਨੂੰ ਖਿਆਲ ਰੱਖਣ ਵਾਲੀਆਂ ਗੱਲਾਂ ਨੇ ਜਿਹੜੀਆਂ ਸਾਡੇ ਯੂਜ਼ ਹੁੰਦੀਆਂ। ਤੇ ਫੋਰਥ ਕੁਆਡਰੈਂਟ ਦੇ ਵਿੱਚ ਸਾਈਨ ਥੀਟਾ ਨੈਗੇਟਿਵ ਹੋਏਗਾ ਤੇ ਕਾਸ ਥੀਟਾ ਜਿਹੜਾ ਉਹ ਪੋਜ਼ਿਟਿਵ ਹੋਏਗਾ। ਯਾਨੀ ਕਾਸ ਥੀਟਾ ਜਿਹੜਾ ਉਹ ਫਸਟ ਤੇ ਫੋਰਥ ਕੁਆਡਰੈਂਟ 'ਚ ਪੋਜ਼ਿਟਿਵ ਹੋਏਗਾ, ਸਾਈਨ ਥੀਟਾ ਪਹਿਲੇ ਤੇ ਦੂਸਰੇ ਕੁਆਡਰੈਂਟ 'ਚ ਪੋਜ਼ਿਟਿਵ ਹੋਏਗਾ, ਤੇ ਥਰਡ ਜਿਹੜਾ ਕੁਆਡਰੈਂਟ ਹੈ ਉਹਦੇ ਵਿੱਚ ਨਾ ਸਾਈਨ ਪੋਜ਼ਿਟਿਵ ਹੋਏਗਾ ਤੇ ਨਾ ਹੀ ਕਾਸ ਪੋਜ਼ਿਟਿਵ ਹੋਏਗਾ, ਦੋਨੋਂ ਹੀ ਨੈਗੇਟਿਵ ਹੋਣਗੇ। ਇਹਦੇ ਬਾਰੇ ਜਿਹੜੀ ਡਿਟੇਲਡ ਡਿਸਕਸ਼ਨ ਹੈ ਉਹ ਅਸੀਂ ਟ੍ਰਿਗਨੋਮੈਟਰੀ ਵਾਲੇ ਚੈਪਟਰ ਨੰਬਰ 3 ਦੇ ਵਿੱਚ ਕਰਾਂਗੇ। ਅੱਜ ਦੀ ਗੱਲ ਤੁਸੀਂ ਇੰਨੀ ਹੀ ਸਮਝ ਲਓ ਵੀ ਕਿੱਥੇ ਕਿੱਥੇ ਸਾਈਨ ਪੋਜ਼ਿਟਿਵ, ਕਿੱਥੇ ਕਿੱਥੇ ਨੈਗੇਟਿਵ, ਕਿੱਥੇ ਕਾਸ ਪੋਜ਼ਿਟਿਵ, ਕਿੱਥੇ ਨੈਗੇਟਿਵ ਹੁੰਦਾ। ਇਹ ਮੈਂ ਤੁਹਾਨੂੰ ਦੱਸਿਆ, ਦੁਬਾਰਾ ਸੁਣ ਲਓ। ਫਸਟ ਕੁਆਡਰੈਂਟ ਦੇ ਵਿੱਚ ਯਾਨੀ ਜੇ ਥੀਟਾ ਦੀ ਵੈਲਿਊ 0 ਤੇ 90 ਦੇ ਵਿਚਾਲੇ ਹੈ ਤਾਂ ਸਾਈਨ ਹੈ ਜਿਹੜਾ ਉਹ ਸਾਈਨ ਤੇ ਕਾਸ ਦੋਨੇ ਪੋਜ਼ਿਟਿਵ ਹੋਣਗੇ। ਸੈਕੰਡ ਕੁਆਡਰੈਂਟ ਦੇ ਵਿੱਚ ਸਾਈਨ ਪੋਜ਼ਿਟਿਵ ਹੋਏਗਾ, ਕਾਸ ਨੈਗੇਟਿਵ ਹੋਏਗਾ। ਥਰਡ ਕੁਆਡਰੈਂਟ 'ਚ ਦੋਨੇ ਨੈਗੇਟਿਵ ਹੋਣਗੇ। ਫੋਰਥ ਕੁਆਡਰੈਂਟ ਦੇ ਵਿੱਚ ਕਾਸ ਪੋਜ਼ਿਟਿਵ ਤੇ ਸਾਈਨ ਨੈਗੇਟਿਵ ਹੋਏਗਾ। ਹੁਣ ਇਹ ਵੈਲਿਊਜ਼ ਨਿਕਲਣਗੀਆਂ ਕਿਵੇਂ? ਇਹ ਤਾਂ ਪਤਾ ਚੱਲ ਗਿਆ ਵੀ ਸਾਈਨ ਤੇ ਕਾਸ ਪੋਜ਼ਿਟਿਵ ਨੈਗੇਟਿਵ ਕਿੱਥੇ ਕਿੱਥੇ। ਹੁਣ ਇਹਦਾ ਪਤਾ ਦੇਖੋ ਐ ਚੱਲੇਗਾ ਵੀ ਜਦੋਂ ਅਸੀਂ ਸਾਈਨ ਤੇ ਕਾਸ ਦੀਆਂ ਵੈਲਿਊਜ਼ ਕੱਢਾਂਗੇ, ਥੀਟਾ ਦੀ ਵੈਲਿਊ ਤਾਂ ਬਾਅਦ 'ਚ ਨਿਕਲੂਗੀ, ਪਹਿਲਾਂ ਸਾਈਨ ਤੇ ਕਾਸ ਦੀ ਵੈਲਿਊ ਨਿਕਲੂਗੀ। ਜੇ ਤਾਂ ਸਾਈਨ ਥੀਟਾ ਤੇ ਕਾਸ ਥੀਟਾ ਜਦੋਂ ਅਸੀਂ ਫਾਈਂਡ ਕਰੇ ਦੋਨੋਂ ਹੀ ਪੋਜ਼ਿਟਿਵ ਆ ਗਏ ਤਾਂ ਸਾਨੂੰ ਸਮਝ ਆ ਜਾਣਾ ਚਾਹੀਦਾ ਹੈ ਵੀ ਇਹ ਜਿਹੜਾ ਹੈਗਾ ਫਸਟ ਕੁਆਡਰੈਂਟ ਦੇ ਵਿੱਚ ਥੀਟਾ ਦੀ ਵੈਲਿਊ ਆਏਗੀ। ਥੀਟਾ ਦੀ ਵੈਲਿਊ ਕਿੱਥੇ ਆਏਗੀ? ਫਸਟ ਕੁਆਡਰੈਂਟ ਦੇ ਵਿੱਚ ਆਏਗੀ। ਤੇ ਫਸਟ ਕੁਆਡਰੈਂਟ 'ਚ ਸਾਨੂੰ ਵੈਲਿਊ ਕੱਢਣੀ ਹੁੰਦੀ ਹੈ। ਮੰਨ ਲਓ ਤੁਹਾਨੂੰ ਆ ਜੇ ਵੀ ਸਾਈਨ ਥੀਟਾ ਬਰਾਬਰ ਹੈਗਾ √3/2 ਤੇ ਕਾਸ ਥੀਟਾ ਬਰਾਬਰ ਹੈਗਾ 1/2, ਤਾਂ ਸਾਨੂੰ ਪਤਾ ਹੈ ਵੀ ਸਾਈਨ 60 ਦੀ ਵੈਲਿਊ ਜਾਂ ਸਾਈਨ 60 ਨੂੰ ਅਸੀਂ ਕਹਿੰਦੇ π/3, ਸਾਈਨ π/3 ਦੀ ਵੈਲਿਊ ਇੰਨੀ ਹੁੰਦੀ ਹੈ। ਇਸੇ ਤਰ੍ਹਾਂ ਕਾਸ π/3 ਦੀ ਵੈਲਿਊ 1/2 ਹੁੰਦੀ ਹੈ, ਠੀਕ ਹੈ ਕਿ ਨਹੀਂ। ਉਹ ਸਾਨੂੰ ਜਿਹੜੀ ਇਹਦੀ ਟੇਬਲ ਸਾਨੂੰ ਯਾਦ ਰੱਖਣਾ ਪਏਗਾ, ਜਿਹੜੀ ਸਾਈਨ ਕਾਸ ਦਾ ਅਸੀਂ ਪਿਛਲੇ ਸਾਲ ਪੜ੍ਹਿਆ ਸੀਗਾ। ਸਾਈਨ 60 ਦੀ ਵੈਲਿਊ √3/2, ਕਾਸ 60 ਦੀ ਵੈਲਿਊ ਵੀ √3/2। ਹੁਣ ਕਿਉਂਕਿ ਇਹ ਫਸਟ ਕੁਆਡਰੈਂਟ 'ਚ ਹੈ ਤਾਂ ਸਿੱਧੀਆਂ ਹੀ ਆ ਦੋਨੋਂ ਵੈਲਿਊਜ਼ ਆ ਜਾਣਗੀਆਂ। ਥੀਟਾ ਦੀ ਜਿਹੜੀ ਵੈਲਿਊ ਆ ਜਾਊਗੀ π/3, ਠੀਕ ਹੈ ਕਿ ਨਹੀਂ। ਜੇ ਅੱਗੇ ਹੁਣ ਦੂਸਰੀ ਗੱਲ ਡਿਸਕਸ ਕਰਦੇ ਹਾਂ। ਦੂਸਰੀ ਗੱਲ ਇਹ ਹੈ ਵੀ ਜੇ ਸਾਈਨ ਤੇ ਕਾਸ ਦੀਆਂ ਵੈਲਿਊਜ਼ ਕੱਢਣ ਵੇਲੇ ਸਾਈਨ ਥੀਟਾ ਦੀ ਵੈਲਿਊ ਤਾਂ ਆ ਜਾਏ ਪੋਜ਼ਿਟਿਵ ਤੇ ਕਾਸ ਥੀਟਾ ਦੀ ਵੈਲਿਊ ਆ ਜਾਵੇ ਨੈਗੇਟਿਵ, ਤਾਂ ਸਾਨੂੰ ਕੀ ਪਤਾ ਚੱਲੇਗਾ? ਸਾਨੂੰ ਪਤਾ ਚੱਲੇਗਾ ਵੀ ਜਿਹੜਾ ਥੀਟਾ ਹੈ, ਆ ਜਿਹੜਾ ਥੀਟਾ ਐਂਗਲ ਬਣ ਰਿਹਾ ਹੈ, ਇਹ ਕਿੱਥੇ ਬਣ ਰਿਹਾ ਹੈ? ਇਹ ਸੈਕੰਡ ਕੁਆਡਰੈਂਟ 'ਚ ਬਣ ਰਿਹਾ ਹੈ, ਕਿਉਂਕਿ ਸੈਕੰਡ ਕੁਆਡਰੈਂਟ 'ਚ ਹੀ ਸਾਈਨ ਪੋਜ਼ਿਟਿਵ ਹੁੰਦਾ ਤੇ ਕਾਸ ਨੈਗੇਟਿਵ ਹੁੰਦਾ। ਤੇ ਜਦੋਂ ਅਸੀਂ ਸਾਈਨ ਉਹੀ ਮੰਨ ਲਓ ਵੈਲਿਊਜ਼ ਉਹੀ ਲੈ ਲੈਂਦੇ ਆਪਾਂ ਵੀ ਸਾਈਨ ਥੀਟਾ ਦੀ ਵੈਲਿਊ ਆ ਗਈ ਪੋਜ਼ਿਟਿਵ ਯਾਨੀ ਪਲੱਸ ਦੀ √3/2 ਤੇ ਕਾਸ ਦੀ ਵੈਲਿਊ ਆ ਗਈ ਮਾਈਨਸ ਦੀ 1/2, ਠੀਕ ਹੈ ਕਿ ਨਹੀਂ। ਹੁਣ ਇਹ ਤਾਂ ਸਾਨੂੰ ਪਤਾ ਵੀ ਆ 60 ਦੀ ਵੈਲਿਊ ਆ ਵੀ 60 ਦੀ ਵੈਲਿਊ ਹੈ, ਪਰ ਆ ਕਿਉਂਕਿ ਨੈਗੇਟਿਵ ਆ ਗਈ ਤਾਂ ਇਹਦਾ ਮਤਲਬ ਸੈਕੰਡ ਕੁਆਡਰੈਂਟ ਵਿੱਚ ਅਸੀਂ ਦੇਖਣਾ ਹੈ ਵੀ ਇਹ ਵੈਲਿਊ ਕਿਵੇਂ ਨਿਕਲੀ। ਸੈਕੰਡ ਕੁਆਡਰੈਂਟ 'ਚ ਜਦੋਂ ਅਸੀਂ ਵੈਲਿਊ ਕੱਢਣੀ ਹੋਏਗੀ ਨਾ ਥੀਟਾ ਦੀ, ਆਹ ਚੀਜ਼ ਇੰਪੋਰਟੈਂਟ ਹੈ, ਖਿਆਲ ਕਰ ਲਓ।
ਇਹਨੂੰ ਅਸੀਂ 180 ਮਾਈਨਸ ਕਰ ਦਾਂਗੇ, ਜਿੰਨੀ ਤੁਹਾਨੂੰ ਪਤਾ 60 ਦੀ ਵੈਲਿਊ ਆ ਵੀ 60 ਦੀ ਵੈਲਿਊ ਹੈ, ਤਾਂ ਇਹਨੂੰ 180 ਮਾਈਨਸ 60 ਕਰਾਂਗੇ, ਯਾਨੀ 180 ਮਾਈਨਸ 60 ਦੀ ਵੈਲਿਊ ਹੈ। 180 ਮਾਈਨਸ 60 ਇਹਨੂੰ ਫਿਰ ਹੁਣ ਕੱਢਾਂਗੇ ਅਸੀਂ ਇਹਨੂੰ ਹਮੇਸ਼ਾ ਐਸੇ ਫਾਰਮ 'ਚ ਹੀ। ਇਹ ਰੇਡੀਅਨ ਫਾਰਮ ਹੈ ਜੀ, ਜਿਹੜੀ ਉਹ ਸੀਗੀ 180 ਤੇ ਉਹ ਸਾਡੇ ਇਹਦੇ ਨਾਲ ਡਿਗਰੀ ਲੱਗਦੀ ਹੈ ਤਾਂ ਹੁੰਦੀ ਹੈ ਡਿਗਰੀ ਦੀ ਫਾਰਮ, ਆ ਹੁੰਦੀ ਹੈ ਰੇਡੀਅਨ ਫਾਰਮ। ਇਹ ਵੀ ਆਪਾਂ ਉਸੇ ਲੈਸਨ 'ਚ ਡਿਸਕਸ ਕਰਨਾ ਹੈ, ਪਰ ਇੱਕ ਵਾਰੀ ਇਹਨੂੰ ਸਮਝ ਲਓ ਵੀ 180 ਨੂੰ ਅਸੀਂ ਪਾਈ ਕਹਿੰਦੇ ਆ, ਤੇ ਆ ਜਿਹੜਾ ਹੈਗਾ 60 ਡਿਗਰੀ ਹੈ। ਇਹ 'ਚ ਹੁਣ ਐਲਸੀਐਮ ਆ ਗਿਆ 3 ਐਲਸੀਐਮ ਆ ਗਿਆ ਤਾਂ 3 ਪਾਈ ਮਾਈਨਸ ਪਾਈ ਲਿਖਾਂਗੇ ਤਾਂ ਇਹ ਆ ਜਾਊਗਾ 2π/3। ਤਾਂ ਇਹ ਥੀਟਾ ਦੀ ਵੈਲਿਊ ਆ ਗਈ 2π/3। ਸਾਨੂੰ ਇਹ ਚੀਜ਼ਾਂ ਫਾਈਂਡ ਕਰਨੀਆਂ ਪੈਣਗੀਆਂ, ਤਾਂ ਮੈਂ ਤੁਹਾਨੂੰ ਫਾਈਂਡ ਕਰਨ ਦਾ ਢੰਗ ਦੱਸ ਰਿਹਾ। ਜਦੋਂ ਤੁਸੀਂ ਸੈਕੰਡ ਕੁਆਡਰੈਂਟ 'ਚ ਕੋਈ ਐਂਗਲ ਕੱਢਣਾ ਹੋਏਗਾ ਤਾਂ ਉਹ ਪਾਈ ਮਾਈਨਸ ਕਰਕੇ ਕੱਢਣਾ। ਵੈਲਿਊ ਤੁਹਾਨੂੰ ਇਹਦੇ ਤੋਂ ਪਤਾ ਚੱਲੇਗੀ ਵੀ ਕੀ ਮਾਈਨਸ ਕਰਨੀ ਹੈ। ਆਹ ਦੇਖੋ 60 ਸਾਈਨ 60 ਦੀ ਤੇ ਕਾਸ 60 ਦੀ ਵੈਲਿਊ ਹੈ, ਪਰ ਇਹਦੇ ਨਾਲ ਨੈਗੇਟਿਵ ਸਾਈਨ ਹੈ। ਸਾਈਨ ਦੇ ਖਿਆਲ ਵੱਖਰਾ ਹੈ, ਬਾਕੀ ਤਾਂ ਉਹੀ ਹੈ ਵੈਲਿਊ ਤਾਂ 60 ਦੀ ਹੋਈ ਹੈ, ਇਹ π/3 ਦੀ ਵੈਲਿਊ ਹੈ। ਐਸੇ ਤਰੀਕੇ ਨਾਲ ਅੱਗੇ ਦੇਖੋ, ਜੇ ਥਰਡ ਕੁਆਡਰੈਂਟ 'ਚ ਆ ਜਾਏ, ਥਰਡ ਕੁਆਡਰੈਂਟ 'ਚ ਕਦੋਂ ਆਊਗਾ? ਦੇਖੋ ਜਦੋਂ ਸਾਈਨ ਦੀ ਵੈਲਿਊ ਵੀ ਨੈਗੇਟਿਵ ਆ ਜਾਏ, ਕਾਸ ਦੀ ਵੈਲਿਊ ਵੀ ਨੈਗੇਟਿਵ ਆ ਜਾਏ, ਤਾਂ ਅਸੀਂ ਸਮਝ ਲਾਂਗੇ ਵੀ ਥੀਟਾ ਜਿਹੜਾ ਹੈਗਾ ਉਹ ਕਿੱਥੇ ਹੈ? ਥਰਡ ਕੁਆਡਰੈਂਟ 'ਚ। ਠੀਕ ਹੈ ਨਾ, ਥਰਡ ਕੁਆਡਰੈਂਟ 'ਚ। ਉਸੇ ਤਰ੍ਹਾਂ ਹੀ ਵੈਲਿਊਜ਼ ਦੇਖ ਲਈਏ, ਵੈਲਿਊ ਉਹੀ ਨੇ। ਮੰਨ ਲਓ ਆਪਾਂ ਇੱਕ ਵਾਰੀ ਇੱਕ ਐਗਜ਼ਾਮਪਲ ਲੈ ਕੇ ਚੱਲ ਪਏ ਵੀ ਵੈਲਿਊ ਸਾਡੀਆਂ ਉਹੀ ਆ ਰਹੀਆਂ ਨੇ, ਉਹ ਆਉਣਗੀਆਂ ਵੱਖੋ ਵੱਖਰੀਆਂ, ਪਰ ਇੱਕ ਵਾਰੀ ਅਸੀਂ ਉਹੀ ਲੈ ਲਈਏ ਵੀ ਆ ਮਾਈਨਸ, ਆ ਵੀ ਮਾਈਨਸ ਆ ਗਈ ਮਾਈਨਸ ਇੰਨੀ, ਤੇ ਕਾਸ ਦੀ ਵੈਲਿਊ ਕੱਢੀ ਅਸੀਂ, ਉਹ ਵੀ -1/2 ਆ ਗਈ। ਤਾਂ ਇਹ ਤੁਹਾਨੂੰ ਪਤਾ ਹੈ ਵੀ ਦੋਨੋਂ ਜਿਹੜੀਆਂ ਹੈਗੀਆਂ ਨੇ ਇਹ π/3 ਦੀਆਂ ਵੈਲਿਊਜ਼ ਨੇ, ਤਾਂ ਇਹ ਵੈਲਿਊ ਨਿਕਲੂਗੀ ਕਿਵੇਂ ਥੀਟਾ ਦੀ? ਹੁਣ ਇਹ ਹੋਏਗੀ -π + π/3। ਇਹ ਕਿਵੇਂ ਨਿਕਲਦੀ ਹੈ ਮਾੜਾ ਜਿਹਾ ਖਿਆਲ ਉੱਤੇ ਦੇਖ ਲੈਂਦੇ ਆਪਾਂ। ਜਦੋਂ ਇੱਥੇ ਕੋਈ ਐਂਗਲ ਹੈ, ਮੰਨ ਲਓ ਆਹ ਬਣ ਗਿਆ ਹੈ ਨਾ, ਆਹ ਲਾਈਨ ਹੈ ਸਾਡੀ, ਤਾਂ ਇਹ ਕੀ ਹੈ? ਪਾਈ ਤੋਂ ਛੋਟੀ ਹੈ, ਪਾਈ ਤੋਂ ਛੋਟੀ ਹੈ ਨਾ ਵੈਲਿਊ। ਇੱਥੇ ਆਉਂਦਾ ਪੂਰਾ ਘੁੰਮ ਕੇ ਐਂਗਲ ਇੱਥੇ ਆ ਕੇ ਬਣਦਾ, ਤਾਂ ਇਹਨੇ ਕਿਤੇ ਜਾ ਕੇ ਪਾਈ ਹੋਣਾ ਸੀਗਾ। ਹੁਣ ਇਹ ਪਾਈ ਤੋਂ ਘੱਟ ਰਹਿ ਗਈ, ਕਿੰਨੀ ਘੱਟ ਰਹਿ ਗਈ? ਜਿੰਨਾ ਉਹ ਐਂਗਲ ਦਾ ਵੈਲਿਊ ਆ ਰਹੀ ਹੈ, ਮੰਨ ਲਓ 60 ਆ ਰਹੀ ਹੈ, ਤਾਂ ਇਹ ਹੋ ਜਾਏਗੀ 180 ਮਾਈਨਸ 60, ਕਿਉਂਕਿ ਇਹ ਪੂਰਾ 180 ਨਹੀਂ ਹੋਇਆ ਇੱਥੋਂ ਤੱਕ। ਐਸ ਕੁਆਡਰੈਂਟ 'ਚ ਜਦੋਂ ਆਉਂਦੀ ਹੈ ਤਾਂ ਕੀ ਹੁੰਦਾ? ਇੱਥੇ ਹੈਗਾ -π, ਇੱਧਰ ਨੂੰ ਵੱਧਦੀ ਹੈ ਵੈਲਿਊ, ਦੇਖੋ ਇਸ ਪਾਸੇ ਨੂੰ ਵੱਧਦੀ ਹੈ, ਤਾਂ -π ਪਲੱਸ ਹੋ ਜਾਏਗਾ। ਇੱਥੇ -π ਹੈ ਨਾ, ਇੱਥੇ ਪਲੱਸ ਥੀਟਾ ਹੋ ਜਾਏਗਾ। ਠੀਕ ਹੈ ਕਿ ਐਸੇ ਤਰ੍ਹਾਂ ਇਹਦੀ ਵੈਲਿਊ ਆਪਾਂ ਦੇਖਣੀ ਫੋਰਥ ਕੁਆਡਰੈਂਟ। ਤਾਂ ਇਹਦੇ ਇਸ ਤਰ੍ਹਾਂ ਸੋਲਵ ਕਰ ਲੈਣਾ, ਕਿੰਨਾ ਆ ਜਾਏਗਾ? ਇੱਥੇ ਵੀ ਉਸੇ ਤਰ੍ਹਾਂ 3 ਐਲਸੀਐਮ ਲੈ ਲਾਂਗੇ, ਤੇ ਆ ਜਾਏਗਾ -3π + π, यानी -2π/3। ਆ ਵੈਲਿਊ ਆ ਜਾਏ। ਇਸੇ ਤਰ੍ਹਾਂ ਫੋਰਥ ਕੇਸ ਹੈ ਸਾਡੇ ਕੋਲੇ। ਫੋਰਥ ਕੇਸ ਕੀ ਹੈ ਵੀ ਕੋਸ ਥੀਟਾ ਤਾਂ ਆ ਗਿਆ ਪੋਜ਼ਿਟਿਵ, ਤੇ ਸਾਈਨ ਥੀਟਾ ਦੀ ਆ ਗਈ ਵੈਲਿਊ ਨੈਗੇਟਿਵ। ਤਾਂ ਸਾਨੂੰ ਸਮਝ ਆ ਜਾਣਾ ਚਾਹੀਦਾ ਵੀ ਥੀਟਾ ਜਿਹੜਾ ਉਹ ਕਿੱਥੇ ਹੈ? ਫੋਰਥ ਕੁਆਡਰੈਂਟ 'ਚ ਹੈ। ਤੇ ਫੋਰਥ ਕੁਆਡਰੈਂਟ 'ਚ ਜਿਹੜੀ ਹੈਗੀ ਹੈ ਥੀਟਾ ਦੀ ਵੈਲਿਊ ਸਿੱਧੀ ਕੋਈ ਨਿਕਲ ਆਉਂਦੀ। ਜਿਵੇਂ ਹੁਣ ਆਪਾਂ ਇੱਥੇ ਐਗਜ਼ਾਮਪਲ ਹੀ ਉਹੀ ਐਗਜ਼ਾਮਪਲ ਲੈਂਦੇ ਹਾਂ। ਕਾਸ ਥੀਟਾ ਦੀ ਵੈਲਿਊ ਆ ਗਈ +1/2, ਤੇ ਸਾਈਨ ਥੀਟਾ ਦੀ ਵੈਲਿਊ ਆ ਗਈ -√3/2। ਹੁਣ ਸਾਨੂੰ ਦਿਸ ਰਹੀ ਹੈ ਵੀ ਆਹ ਪੋਜ਼ਿਟਿਵ ਹੈ, ਆਹ ਨੈਗੇਟਿਵ ਹੈ, ਆਹ ਨੈਗੇਟਿਵ ਹੈ ਤੇ ਪੋਜ਼ਿਟਿਵ ਹੈ, ਤਾਂ ਮਤਲਬ ਫੋਰਥ ਕੁਆਡਰੈਂਟ 'ਚ ਹੈ। ਤੇ ਫੋਰਥ ਕੁਆਡਰੈਂਟ 'ਚ ਥੀਟਾ ਦੀ ਵੈਲਿਊ ਕਿੱਦਾਂ ਨਿਕਲਦੀ ਹੈ? ਇਹ ਸਿੱਧਾ ਇਹਦੇ ਨਾਲ ਮਾਈਨਸ ਲੱਗ ਜਾਣਾ ਬਸ। ਹੁਣ ਇਹ ਸੀਗਾ ਸਾਡਾ ਐਂਗਲ 60 ਡਿਗਰੀ, ਤਾਂ -60 ਹੋ ਜਾਏਗਾ, ਕਿਉਂਕਿ ਹੁਣ ਇਹ ਐਂਗਲ ਕਿੱਥੇ ਬਣਨਾ ਸੀ? ਇੱਥੇ ਬਣਨਾ ਸੀਗਾ, ਇਸ ਜਗ੍ਹਾ ਤੇ। ਠੀਕ ਹੈ ਨਾ, ਇੱਧਰ ਇਸ ਤਰ੍ਹਾਂ। ਤੇ ਜੇ ਉੱਤੇ ਨੂੰ +60 ਹੈ ਤਾਂ ਹੇਠਾਂ ਨੂੰ -60 ਹੋ ਜਾਊਗਾ। ਇਹ ਪੁੱਠੇ ਪਾਸੇ ਨੂੰ ਕਾਊਂਟ ਕਰ ਲੈਣਾ, ਇੱਧਰ ਨੂੰ ਤੁਰੇ ਚੱਲੋ ਤਾਂ ++ ਹੀ ਰਹਿੰਦਾ ਐਂਗਲ ਦੀ ਵੈਲਿਊ। ਜੇ ਅਸੀਂ ਪੁੱਠੇ ਪਾਸੇ ਨੂੰ ਗਿਣਤੀ ਸ਼ੁਰੂ ਕਰ ਦਈਏ ਇੱਧਰ ਨੂੰ, ਤਾਂ ਇਹ ਮਾਈਨਸ ਦੇ ਐਂਗਲ ਸ਼ੁਰੂ ਹੋ ਜਾਂਦੇ ਆ। ਇੱਥੇ ਆ ਗਿਆ -π/2, ਇੱਥੇ ਆ ਗਿਆ -π ਪੁੱਠਾ ਮੁੜ ਕੇ। ਜੇ ਐਂ ਸਿੱਧਾ ਹੀ ਚੱਲਦੇ ਤਾਂ π/2 ਸੀਗਾ, ਆ ਪਾਈ ਸੀਗਾ, ਫਿਰ ਇੱਧਰ 3π/2 ਹੋ ਜਾਣਾ ਸੀ, ਇੱਥੇ ਆ ਕੇ 2π ਹੋ ਜਾਣਾ ਸੀ। ਸੋ ਇਸ ਤਰ੍ਹਾਂ ਚੱਲੀ ਜਾਂਦਾ ਤਾਂ ਪੋਜ਼ਿਟਿਵ ਹੀ ਆਉਣਾ ਸੀਗਾ, ਪਰ ਅਸੀਂ ਇਹਨੂੰ ਇੱਧਰ ਗਿਣ ਰਹੇ ਹਾਂ, ਇਹਨੂੰ ਅਸੀਂ ਪੁੱਠੇ ਪਾਸਿਓਂ ਗਿਣ ਰਹੇ ਹਾਂ। ਤਾਂ ਕਰਕੇ ਜਿਹੜਾ ਹੈਗਾ ਥੋੜ੍ਹਾ ਫਰਕ, ਜਿਹੜੇ ਥਰਡ ਤੇ ਫੋਰਥ ਕੁਆਡਰੈਂਟ ਦੇ ਜਿਹੜੇ ਥੀਟਾ ਦੀਆਂ ਵੈਲਿਊਜ਼ ਨੇ ਉਹ ਹਮੇਸ਼ਾ ਹੀ ਨੈਗੇਟਿਵ ਰਹਿਣਗੀਆਂ। ਇਹ 'ਚ ਇਕੱਲਾ ਹੀ ਮਾਈਨਸ ਪਾ ਦੇਣਾ ਮੂਹਰੇ, ਵੀ ਇਹ ਤੁਹਾਨੂੰ ਪਤਾ 60 ਦੀ ਵੈਲਿਊ ਹੈ ਤਾਂ ਥੀਟਾ ਕੀ ਹੋ ਗਿਆ? -60 ਹੋ ਗਿਆ। ਬਸ ਇੰਨਾ ਹੀ ਕੰਮ ਹੈ। ਸੋ ਇਹ ਚੀਜ਼ਾਂ ਮੇਰੇ ਹਿਸਾਬ ਨਾਲ ਤੁਹਾਨੂੰ ਪਤਾ ਚੱਲ ਗਈਆਂ ਹੋਣਗੀਆਂ। ਹੁਣ ਜਦੋਂ ਅਸੀਂ ਕੁਐਸਚਨਸ ਕਰਾਂਗੇ, ਕੁਐਸਚਨ ਇੰਨੇ ਮੁਸ਼ਕਲ ਨਹੀਂ ਹੈਗੇ, ਇਹਨੂੰ ਥੋੜ੍ਹਾ ਜਿਹਾ ਸਮਝਣਾ, ਇੱਥੇ ਹੀ ਡਿਸਕਸ ਕਰਨਾ ਥੋੜ੍ਹਾ ਮੁਸ਼ਕਲ ਸੀਗਾ। ਠੀਕ ਹੈ ਨਾ, ਆਓ ਹੁਣ ਆਪਾਂ ਕੁਐਸਚਨਸ ਦੇਖਦੇ ਹਾਂ। ਦੇਖੋ ਆ ਗਿਆ, ਰੀਪ੍ਰਜੈਂਟ ਦਾ ਕੰਪਲੈਕਸ ਨੰਬਰ ਇਨ ਪੋਲਰ ਫਾਰਮ।
ਇਹਨੂੰ ਕੀ ਕਰਨਾ ਹੈ, ਪੋਲਰ ਫਾਰਮ 'ਚ ਅਸੀਂ ਰੀਪ੍ਰਜੈਂਟ ਕਰਨਾ, ਜਿਹਨੇ ਇਹਦੀ ਪੋਲਰ ਰਿਪ੍ਰਜੈਂਟੇਸ਼ਨ ਫਾਈਂਡ ਕਰਨੀ ਹੈ, ਯਾਨੀ ਇਹਨੂੰ ਸਾਈਨ ਕਾਸ ਦੇ ਵਿੱਚ ਤਬਦੀਲ ਕਰਨਾ। ਤਾਂ ਆਪਾਂ ਕਰਦੇ ਹਾਂ, ਦੇਖੋ ਸਾਨੂੰ ਦਿੱਤਾ ਹੋਇਆ, ਦੇਖੋ ਕਰਨ ਦਾ ਢੰਗ ਸਮਝ ਲੈਣਾ ਹੁੰਦਾ। 1 ਪਲੱਸ √3 ਆਇਟਾ ਕਹ ਲਓ ਜਾਂ ਆਇਓਟਾ √3 ਕਹ ਲਓ, ਠੀਕ ਹੈ। ਤੇ ਇਹਨੂੰ ਅਸੀਂ ਲੈਟ ਕਰ ਲੈਣਾ, ਲੈਟ ਇਕੁਅਲਸ ਟੂ ਕਰ ਲੈਣਾ ਆਰ, ਅਸੀਂ ਇਹਨੂੰ ਬਦਲਣਾ ਕਾਹਦੇ 'ਚ, ਆਰ ਕਾਸ ਥੀਟਾ ਪਲੱਸ ਆਇਓਟਾ ਸਾਈਨ ਥੀਟਾ ਦੇ ਵਿੱਚ ਬਦਲਣਾ ਹੈ। ਯਾਨੀ ਅਸੀਂ ਕਰਨਾ ਕੀ ਹੈ, ਇੱਥੇ ਇਹਨੂੰ ਇੱਕ ਵਾਰੀ ਐ ਨਾ ਕਰੀਏ ਆਪਾਂ, ਆ z ਇਕੁਅਲਸ ਟੂ ਸਾਨੂੰ ਗਿਵਨ ਸੀ, ਅਸੀਂ ਲੈਟ ਕੀ ਕਰਨਾ ਹੈ, ਲੈਟ ਕਰ ਲੈਣਾ ਹੈ ਆ ਜਿਹੜਾ ਹੈਗਾ ਇਹ ਹੈਗਾ ਆਰ ਕਾਸ ਥੀਟਾ, ਜਿਹੜੀ x ਦੀ ਵੈਲਿਊ ਹੈ, ਆਰ ਕਾਸ ਥੀਟਾ ਇਕੁਅਲਸ ਟੂ 1 ਲੈ ਲਈਏ ਅਸੀਂ, ਤੇ ਆਰ ਸਾਈਨ ਥੀਟਾ ਦੀ ਵੈਲਿਊ ਜਿਹੜਾ ਇਹਦਾ ਇਮੈਜਨਰੀ ਪਾਰਟ ਹੈ √3, ਆਰ ਕਾਸ ਥੀਟਾ ਇਹਦਾ ਰੀਅਲ ਪਾਰਟ ਲੈ ਲੈਣਾ ਜਿਹਨੂੰ ਅਸੀਂ x ਕਹਿੰਦੇ ਹਾਂ, ਆਰ ਸਾਈਨ ਥੀਟਾ ਨੂੰ ਅਸੀਂ ਇਹਦਾ ਇਮੈਜਨਰੀ ਪਾਰਟ ਲੈ ਲੈਣਾ ਜਿਹਨੂੰ y ਕਹਿੰਦੇ ਹਾਂ, ਠੀਕ ਹੈ ਨਾ। ਹੁਣ ਇੱਥੋਂ ਆ ਹੋ ਗਈ ਤੁਹਾਡੀਆਂ ਦੋ ਇਕੁਏਸ਼ਨਸ, ਇਹਨਾਂ ਨੂੰ ਅਸੀਂ ਕਰੀਏ ਸਕੁਆਇਰ ਕਰਕੇ ਜੋੜ ਦਈਏ, ਦੋਵਾਂ ਨੂੰ ਕੀ ਕਰੀਏ, ਸਕੁਆਇਰ ਕਰਕੇ। ਆਰ ਤੇ ਥੀਟਾ ਦੀ ਹੁਣ ਵੈਲਿਊ ਕੱਢਣੀ ਆ, ਤਾਂ ਅਸੀਂ ਲੈ ਲਈ, ਠੀਕ ਹੈ। ਆਰ ਤੇ ਥੀਟਾ ਦੀ ਵੈਲਿਊ ਕੱਢ ਕੇ ਇਹਦੇ 'ਚ ਪੁੱਟ ਕਰ ਦੇਣੀ ਹੈ, ਬਸ ਆਨਸਰ ਆ ਜਾਊਗਾ। ਹੁਣ ਆਰ ਤੇ ਥੀਟਾ ਦੀ ਵੈਲਿਊ ਦੇਖੋ ਕਿਵੇਂ ਫਾਈਂਡ ਹੋਏਗੀ। ਪਹਿਲਾ ਕੰਮ ਕੀ ਕਰਾਂਗੇ ਅਸੀਂ, ਔਨ ਸਕੁਆਇਰਿੰਗ ਐਂਡ ਐਡਿੰਗ, ਦੋਨਾਂ ਨੂੰ ਸਕੁਆਇਰ ਕਰਕੇ ਜੋੜ ਦਿਓ, ਤਾਂ ਇਹ ਹੋ ਜਾਏਗਾ ਆਰ ਸਕੁਆਇਰ cos ਸਕੁਆਇਰ ਥੀਟਾ ਪਲੱਸ ਆਰ ਸਕੁਆਇਰ ਸਾਈਨ ਸਕੁਆਇਰ ਥੀਟਾ, ਖੱਬੇ ਖੱਬੇ ਪਾਸੇ ਲੈਫਟ ਸਾਈਡ ਦੋਨਾਂ ਦੀਆਂ ਸਕੁਆਇਰ ਕਰਤੀਆਂ, ਰਾਈਟ ਸਕੁਆਇਰ ਰਾਈਟ ਵਾਲੀ ਨੂੰ ਵੀ ਸਕੁਆਇਰ ਕਰੋ, 1 ਦਾ ਸਕੁਆਇਰ ਪਲੱਸ √3 ਦਾ ਸਕੁਆਇਰ, ਇਹਦੇ ਚੋਂ ਆਰ ਸਕੁਆਇਰ ਕੱਢ ਲਓ ਕਾਮਨ, ਪਿੱਛੇ ਕੀ ਬਚਿਆ, cos ਸਕੁਆਇਰ ਥੀਟਾ ਪਲੱਸ ਸਾਈਨ ਸਕੁਆਇਰ ਥੀਟਾ ਇਕੁਅਲਸ ਟੂ 1 ਦਾ ਸਕੁਆਇਰ 1 ਹੁੰਦਾ ਹੈ, √3 ਦਾ ਸਕੁਆਇਰ 3 ਹੁੰਦਾ ਹੈ, ਤੇ ਇਹਦੀ ਵੈਲਿਊ ਕੀ ਹੁੰਦੀ ਹੈ, ਪਿਛਲੇ ਸਾਲ ਪੜ੍ਹਿਆ ਸੀ ਸਾਈਨ ਸਕੁਆਇਰ ਥੀਟਾ ਪਲੱਸ cos ਸਕੁਆਇਰ ਥੀਟਾ, ਇਹਦੀ ਵੈਲਿਊ ਹੁੰਦੀ ਹੈ 1, ਇਹਨੂੰ ਅਸੀਂ 1 ਲਿਖ ਸਕਦੇ ਹਾਂ, ਇਕੁਅਲਸ ਟੂ ਕੀ ਆ ਗਿਆ 4, ਤਾਂ ਆਰ ਸਕੁਆਇਰ ਕਾਹਦੇ ਇਕੁਅਲ ਆ ਗਿਆ 4 ਦੇ, ਤਾਂ ਆਰ ਦੀ ਵੈਲਿਊ ਕੀ ਹੋ ਜਾਊਗੀ √4, ਤੇ ਆਉਂਦੀ ਤਾਂ ਹੁੰਦੀ ਹੈ ਪਲੱਸ ਮਾਈਨਸ, ਪਰ ਕਿਉਂਕਿ ਆਰ ਕਦੇ ਨੈਗੇਟਿਵ ਨਹੀਂ ਹੁੰਦਾ, ਇਹ ਕੀ ਸੀ ਸਾਡਾ ਮੋਡੂਲਸ ਸੀ, ਇਹ ਹਮੇਸ਼ਾ ਪੋਜ਼ਿਟਿਵ ਹੁੰਦਾ, ਤਾਂ ਇੱਥੇ ਇਕੱਲੀ ਪੋਜ਼ਿਟਿਵ ਵੈਲਿਊ ਲੈਣੀ, ਤਾਂ ਆਰ ਦੀ ਵੈਲਿਊ ਆ ਗਈ 2, ਠੀਕ ਹੈ। ਆਰ ਹਮੇਸ਼ਾ ਹੀ ਐਸੇ ਤਰੀਕੇ ਨਾਲ ਨਿਕਲੇਗਾ, ਜਦੋਂ ਸਾਨੂੰ ਧਿਆਨ ਨਾਲ ਹੁਣ ਉੱਤੋਂ ਤੋਂ ਦੇਖ ਲਓ ਸਵਾਲ ਵੀ, ਸਾਨੂੰ ਜਦੋਂ ਇੱਦਾਂ ਕੋਈ ਕੰਪਲੈਕਸ ਨੰਬਰ ਦਿੱਤਾ ਹੈ, ਉਹਦੇ 'ਚ ਅਸੀਂ ਜਿਹੜਾ ਇਹਦਾ ਰੀਅਲ ਪਾਰਟ ਹੈ ਉਹਨੂੰ ਲੈ ਲੈਣਾ ਆਰ ਕਾਸ ਥੀਟਾ, ਜਿਹੜਾ ਇਹਦਾ ਇਮੈਜਨਰੀ ਪਾਰਟ ਹੈ ਉਹਨੂੰ ਲੈ ਲੈਣਾ ਆਰ ਸਾਈਨ ਥੀਟਾ। ਹਰ ਵਾਰੀ ਅਸੀਂ ਇਹਨਾਂ ਨੂੰ ਸਕੁਆਇਰ ਕਰਕੇ ਜੋੜਾਂਗੇ ਤਾਂ ਕੀ ਹੋਏਗਾ, ਆਹ ਚੀਜ਼ ਹਮੇਸ਼ਾ 1 ਹੋ ਜਾਏਗੀ, ਆਰ ਸਕੁਆਇਰ ਦੀ ਵੈਲਿਊ ਆ ਜਾਏਗੀ ਜੋ ਵੀ ਉੱਥੇ ਇੱਧਰਲੇ ਪਾਸੇ ਬਣਿਆ, ਤੇ ਆਰ ਕਾਹਦੇ ਇਕੁਅਲ ਆ ਜਾਏਗਾ, ਉਹਦੇ ਸਕੁਆਇਰ ਰੂਟ ਤੇ ਇਕੁਅਲ ਆ ਜਾਏਗਾ। ਆਰ ਦੀ ਵੈਲਿਊ ਤਾਂ ਹਮੇਸ਼ਾ ਹੀ ਇੱਦਾਂ ਫਾਈਂਡ ਹੋਣੀ ਹੈਗੀ ਹੈ। ਹੁਣ ਅਸੀਂ ਥੀਟਾ ਦੀ ਵੈਲਿਊ ਫਾਈਂਡ ਕਰਨੀ ਹੈ, ਤਾਂ ਇਹਨਾਂ ਨੂੰ ਅਸੀਂ 1 2 ਲੈ ਲੈਂਦੇ ਹਾਂ, ਸੌਖਾ ਹੋ ਜਾਊਗਾ ਸਾਡਾ ਕੰਮ। ਇਹਨੂੰ ਅਸੀਂ ਲੈ ਲਈਏ 1 ਤੇ ਇਹਨੂੰ ਲੈ ਲਈਏ 2। ਹੁਣ ਕੀ ਕਰੀਏ, 1 ਦੇ ਵਿੱਚ ਅਸੀਂ ਆਰ ਦੀ ਵੈਲਿਊ ਭਰ ਦਿੰਦੇ ਹਾਂ, ਫਰੋਮ 1 ਆਰ ਦੀ ਵੈਲਿਊ ਵਿੱਚ ਭਰੋ 2 cos ਥੀਟਾ ਹੋ ਜਾਊਗਾ, ਇਕੁਅਲਸ ਟੂ ਕਾਹਦੇ ਆ ਗਿਆ 1 ਦੇ, ਠੀਕ ਹੈ ਨਾ। ਤਾਂ cos ਥੀਟਾ ਦੀ ਵੈਲਿਊ ਕੀ ਹੋਗੀ ਫਿਰ 1/2, ਠੀਕ ਹੈ ਨਾ। ਤੇ ਫਰੋਮ 2 2 ਕੀ ਸੀਗਾ, ਆਰ ਸਾਈਨ ਥੀਟਾ ਇਕੁਅਲਸ ਟੂ √3, ਤਾਂ ਅਸੀਂ ਲਿਖ ਲਾਂਗੇ 2 ਸਾਈਨ ਥੀਟਾ ਇਕੁਅਲਸ ਟੂ √3, ਤਾਂ ਸਾਈਨ ਥੀਟਾ ਇਕੁਅਲਸ ਟੂ ਕੀ ਹੋ ਜਾਊਗਾ ਫਿਰ √3/2, ਤੇ ਸਾਈਨ ਥੀਟਾ ਹੁਣ ਆ ਗਈਆਂ ਦੋ ਵੈਲਿਊ, ਆ ਗਏ cos ਥੀਟਾ 1/2, ਆ ਗਿਆ ਸਾਈਨ ਥੀਟਾ √3/2। ਹੁਣ ਆ ਦੇਖੋ ਕੀ ਹੈ, ਪੋਜ਼ਿਟਿਵ ਹੈ ਕਿ ਨੈਗੇਟਿਵ ਹੈ, ਇਹ ਪੋਜ਼ਿਟਿਵ ਹੈ, ਆ ਕੀ ਹੈ, ਇਹ ਵੀ ਪੋਜ਼ਿਟਿਵ ਹੈ,
ਦੋਨੋਂ ਵੈਲਿਊਜ਼ ਪੋਜ਼ਿਟਿਵ ਹੈ, ਇਹਦਾ ਮਤਲਬ ਇਹ ਫਸਟ ਕੁਆਡਰੈਂਟ ਦੇ ਵਿੱਚ ਲਾਈ ਕਰਦਾ ਥੀਟਾ। ਇਹਦਾ ਮਤਲਬ ਕੀ ਹੈ, ਇਟ ਦੇਅਰਫੋਰ ਥੀਟਾ ਲਾਈਜ਼ ਇਨ ਫਸਟ ਕੁਆਡਰੈਂਟ, ਪਹਿਲੇ ਕੁਆਡਰੈਂਟ ਦੇ ਵਿੱਚ, ਪਹਿਲੀ ਚੌਥਾਈ ਦੇ ਵਿੱਚ ਹੈ ਥੀਟਾ। ਤੇ ਉਹਦੀ ਵੈਲਿਊ ਕਿੰਨੀ ਹੋਏਗੀ, ਹੁਣ ਤੁਹਾਨੂੰ ਪਤਾ ਹੈ cos ਥੀਟਾ ਦੀ ਕਿੰਨੇ ਦੀ ਵੈਲਿਊ 1/2 ਹੁੰਦੀ ਹੈ, 60 ਦੀ, ਤਾਂ ਥੀਟਾ ਦੀ ਵੈਲਿਊ ਹੋ ਜਾਏਗੀ π/3। ਇਸੇ ਤਰ੍ਹਾਂ ਸਾਈਨ 60 ਦੀ ਵੈਲਿਊ √3/2 ਹੁੰਦੀ ਹੈ। ਦੋਨੋਂ ਇੱਕੋ ਜਿਹੀਆਂ ਹੋਣਗੀਆਂ ਹਮੇਸ਼ਾ, ਇਹ ਨਹੀਂ ਕਦੇ ਵੀ ਹੋਏਗਾ ਵੀ ਆਹ ਤਾਂ 60 ਦੀ ਵੈਲਿਊ ਹੋਵੇ ਤੇ ਆਹ ਕਿਸੇ ਹੋਰ ਦੀ ਵੈਲਿਊ ਹੋਵੇ, ਇਦਾਂ ਨਹੀਂ ਹੋਏਗਾ। ਹਮੇਸ਼ਾ ਇੱਕ ਚੀਜ਼ ਦੀ ਹੋਈ ਵੈਲਿਊ ਹੋਏਗੀ, ਜੇ ਆਹ cos 60 ਹੈ ਤਾਂ ਆਹ ਸਾਈਨ 60 ਹੋਏਗਾ। ਇਹ ਚੀਜ਼ ਦਾ ਤੁਸੀਂ ਫਿਕਰ ਨਹੀਂ ਕਰਨਾ। ਤਾਂ ਇਹ ਸਾਈਨ, ਇਹ ਥੀਟਾ ਦੀ ਵੈਲਿਊ ਆ ਗਈ, ਕਿਉਂਕਿ ਫਸਟ ਕੁਆਡਰੈਂਟ 'ਚ ਤਾਂ ਸਿੱਧੀ ਹੋਈ ਨਿਕਲੇ ਹੋਊਗੀ। ਜੇ ਸੈਕੰਡ ਜਾਂ ਥਰਡ 'ਚ ਹੁੰਦੀ ਫਿਰ ਸਾਨੂੰ ਥੋੜ੍ਹਾ ਜਿਹਾ ਪਾਈ ਜੋੜਨਾ ਘਟਾਉਣਾ ਪੈਂਦਾ ਹੁੰਦਾ, ਅਦਰਵਾਈਜ਼ ਨਹੀਂ ਕੁਛ ਕਰਦੇ। ਤਾਂ ਥੀਟਾ ਦੀ ਵੈਲਿਊ ਆ ਗਈ। ਹੁਣ ਆਰ ਤੇ ਥੀਟਾ ਦੋਨੋਂ ਦੀਆਂ ਵੈਲਿਊਜ਼ ਆ ਗਈਆਂ, ਤਾਂ ਮਤਲਬ ਜ਼ੈਡ ਕੀ ਹੋ ਗਿਆ ਫਿਰ ਸਾਡਾ, ਜ਼ੈਡ ਹੁੰਦਾ ਨਾ, ਜ਼ੈਡ ਦੀ ਵੈਲਿਊ ਕੀ ਹੁੰਦੀ ਹੈ, ਆਰ cos ਥੀਟਾ ਪਲੱਸ ਆਇਓਟਾ ਸਾਈਨ ਥੀਟਾ, ਆਹੀ ਵੈਲਿਊ ਹੁੰਦੀ ਹੈ। ਇਹਨਾਂ 'ਚ ਵੈਲਿਊਜ਼ ਪੁੱਟ ਕਰ ਦਿਓ ਥੀਟਾ ਦੀਆਂ ਤੇ ਆਰ ਦੀਆਂ। ਆਰ ਦੀ ਵੈਲਿਊ ਸਾਡੀ ਨਿਕਲੀ ਸੀ 2 cos ਥੀਟਾ ਦੀ ਵੈਲਿਊ ਨਿਕਲੀ ਹੈ π/3, ਤੇ ਆਇਓਟਾ ਸਾਈਨ ਥੀਟਾ ਦੀ ਵੈਲਿਊ ਵੀ π/3 ਆ ਗਿਆ ਸਵਾਲ। ਆਹੀ ਕੰਮ ਕਰਨਾ ਸੀ। ਤਾਂ ਦੁਬਾਰਾ ਦੇਖ ਲਓ, ਸੌਖਾ ਜਿਹਾ ਕੰਮ ਹੈ, ਹਰ ਵਾਰੀ ਇਸੇ ਤਰੀਕੇ ਨਾਲ ਕਰਨਾ, ਕੋਈ ਨਵੀਂ ਚੀਜ਼ ਨਹੀਂ ਹੈ ਕਿਸੇ ਵੀ ਕੁਐਸਚਨ ਦੇ ਵਿੱਚ, ਇੱਦਾਂ ਹੀ ਹੋਣੇ ਨੇ। Z ਤੁਹਾਨੂੰ ਦਿੱਤਾ ਹੈ, ਇਹਦੇ 'ਚ ਅਸੀਂ ਰੀਅਲ ਪਾਰਟ ਨੂੰ ਲੈ ਲੈਣਾ r cos ਥੀਟਾ, ਇਮੈਜਨਰੀ ਪਾਰਟ ਨੂੰ ਲੈ ਲੈਣਾ r sin ਥੀਟਾ। ਪਹਿਲਾਂ ਤਾਂ ਇਹਨੂੰ ਅਸੀਂ 1 ਇਕੁਏਸ਼ਨ ਲੈ ਲੈਣਾ 2, ਇਹਨਾਂ ਨੂੰ ਦੋਹਾਂ ਨੂੰ ਸਕੁਆਇਰ ਕਰਕੇ ਜੋੜ ਦੇਣਾ, r ਦੀ ਵੈਲਿਊ ਫਾਈਂਡ ਕਰਨਾ। ਇੱਥੇ ਸਾਨੂੰ r ਦੀ ਵੈਲਿਊ ਫਾਈਂਡ ਹੋਣੀ, ਤਾਂ ਕਿਵੇਂ ਕਰਾਂਗੇ, ਔਨ ਸਕੁਆਇਰਿੰਗ ਐਂਡ ਐਡਿੰਗ। ਸਕੁਆਇਰਿੰਗ ਐਂਡ ਐਡਿੰਗ ਕਰੇ ਤਾਂ ਕੀ ਹੋਏਗਾ, r² cos square ਥੀਟਾ ਇਕੁਅਲਸ ਟੂ 1 ਦਾ ਸਕੁਆਇਰ ਹੈ, r² sin square ਥੀਟਾ ਇਕੁਅਲਸ ਟੂ √3 ਦਾ ਸਕੁਆਇਰ, ਯਾਨੀ 3 ਹੋ ਜਾਊਗਾ। ਇਹਨਾਂ ਦੋਹਾਂ ਦਾ ਐਡ ਕਰ ਦੇਣਾ, ਤਾਂ ਇਹਦੇ 'ਚੋਂ r ਸਕੁਆਇਰ ਕਾਮਨ ਕੱਢ ਲਿਆ, ਪਿੱਛੇ ਬਚਿਆ cos square ਥੀਟਾ ਪਲੱਸ sin square ਥੀਟਾ, ਉਹਦੀ ਵੈਲਿਊ 1 ਹੁੰਦੀ ਹੈ। ਇੱਧਰ ਬਣ ਗਿਆ 4, ਤਾਂ r² ਇਕੁਅਲਸ ਟੂ 4 ਆ ਗਿਆ, ਤਾਂ r ਦੀ ਵੈਲਿਊ 2 ਆ ਗਈ। ਸਿੰਪਲ। ਇਹ ਤੋਂ ਬਾਅਦ r ਦੀਆਂ ਦੋਨੋਂ, r ਦੀ ਜਿਹੜੀ ਵੈਲਿਊ ਆਈ ਹੈ ਉਹ 1 ਤੇ 2 'ਚ ਭਰ ਕੇ ਅਸੀਂ cos ਥੀਟਾ ਤੇ sin ਥੀਟਾ ਦੀ ਵੈਲਿਊ ਕੱਢ ਲੈਣੀ। ਇਹ 'ਚ 2 ਭਰੀ ਵੈਲਿਊ r ਦੀ, ਤਾਂ cos ਥੀਟਾ ਆ ਗਿਆ 1/2, ਇਹ 'ਚ 2 ਭਰੀ r ਦੀ ਵੈਲਿਊ sin ਥੀਟਾ ਆ ਗਿਆ √3/2। ਦੋਨੋਂ ਹੀ ਪੋਜ਼ਿਟਿਵ ਹੈ, ਇੱਥੇ ਇਹਦਾ ਸਾਈਨ ਖਿਆਲ ਕਰਨਾ, ਦੋਨੇ ਪੋਜ਼ਿਟਿਵ ਆ ਤਾਂ ਫਸਟ ਕੁਆਡਰੈਂਟ 'ਚ ਹੈ। ਫਸਟ ਕੁਆਡਰੈਂਟ 'ਚ ਤਾਂ ਜੋ ਇਹਦੀ ਥੀਟਾ ਦੀ ਵੈਲਿਊ ਆ ਉਹੀ ਬਸ ਸਿੱਧੀ ਆਨਸਰ ਹੈ। ਹੁਣ r ਤੇ ਥੀਟਾ ਦੀਆਂ ਵੈਲਿਊਜ਼ ਆ ਗਈਆਂ, ਚ ਪੁੱਟ ਕਰ ਦੇਣਾ ਆਨਸਰ। ਠੀਕ ਹੋ ਗਿਆ। ਨੈਕਸਟ ਦੇਖੋ, ਹੋਰ ਕੁਐਸਚਨ ਇੱਕ ਅੱਧਾ ਕਰਕੇ ਆਪਾਂ ਬਸ ਸਮਾਪਤੀ ਕਰਦੇ ਹਾਂ, ਕਿਉਂਕਿ ਕਾਫੀ ਲੰਬਾ ਹੋ ਗਿਆ। ਤਾਂ ਹੋਰ ਦੇਖ ਲੈਂਦੇ ਇੱਕ ਤਾਂ ਕੁਐਸਚਨ, ਇੱਥੋਂ ਲੈ ਲੈਂਦੇ ਕੋਈ, ਜਿਵੇਂ ਆਪਾਂ ਲੈ ਲਈਏ 5th ਕੁਐਸਚਨ, z ਇਕੁਅਲਸ ਟੂ ਸਾਨੂੰ ਦਿੱਤਾ ਹੋਇਆ ਹੈ -1 ਮਾਈਨਸ ਆਇਓਟਾ। ਤਾਂ ਇੱਥੇ ਤੁਸੀਂ ਦੇਖ ਰਹੇ ਹੋ x ਦੀ ਵੈਲਿਊ -1 ਹੈ ਤੇ y ਦੀ ਵੈਲਿਊ ਵੀ -1 ਹੈ, ਠੀਕ ਹੈ ਨਾ। ਤਾਂ ਅਸੀਂ ਕੀ ਕਰੀਏ, ਲੈਟ r sin r cos ਥੀਟਾ, ਇਹਦੀ ਜਿਹੜੀ ਤੇਰੀ ਰੀਅਲ ਵੈਲਿਊ ਉਹ ਲੈ ਲਓ, ਤੇ r sin ਥੀਟਾ ਕਾਹਦੇ ਇਕੁਅਲ ਲੈ ਲੈਣਾ, ਜਿਹੜੀ ਇਹਦੀ ਇਮੈਜਨਰੀ ਪਾਰਟ ਹੈ ਉਹ ਵੀ -1 ਹੈ। ਆ 1 ਹੋ ਗਿਆ ਸਾਡਾ, ਆ 2। ਔਨ ਸਕੁਆਇਰਿੰਗ ਐਂਡ ਐਡਿੰਗ, यानी स्क्वायर करके जोड़ना है, ठीक है ना। स्क्वायरिंग एंड एडिंग तो की होएगा, बारी बारी असी सारे नहीं लिखने, सीधा ही लिख लो r², इत्थे आ जाऊगा sin स्क्वायर थीटा प्लस cos स्क्वायर थीटा, या cos स्क्वायर थीटा प्लस sin स्क्वायर थीटा, एक ही गल है। इधर हो जाऊगा -1 का स्क्वायर तो -1 का स्क्वायर, तो r² इंटू आ 1 हो गया, यानी छड़ दो, r² इक्वल टू की आ जाऊगा 1 + 1, -1 का स्क्वायर +1 होंगे, माइनस माइनस प्लस हो जाऊगा 1 हो गया। तो r² इक्वल्स टू की आ गया 2 दे, तो r की वैल्यू की आ गई √2, प्लस माइनस नहीं पाना क्योंकि पॉजिटिव वैल्यू होगी है। हुण r की वैल्यू 1 च पुट कर दो, फ्रॉम 1 r की थां ते असीं पुट करता √2 cos थीटा इक्वल्स टू 1, तो कितना आ जाऊगा फिर cos थीटा इक्वल्स टू 1/√2, सॉरी -1 से है,
-1/√2 ਤੇ ਫਰੋਮ ਟੂ ਕੀ ਹੋਏਗਾ, ਫਰੋਮ ਟੂ ਇੱਥੇ ਵੀ √2 sin ਥੀਟਾ ਇਕੁਅਲਸ ਟੂ -1 ਤਾਂ sin ਥੀਟਾ ਇਕੁਅਲਸ ਟੂ -1/√2 ਤਾਂ ਦੋਨੋਂ ਹੀ ਵੈਲਿਊਜ਼ ਤੁਸੀਂ ਦੇਖੋ ਕੀ ਆ ਗਈਆਂ ਭਲਾ। ਆ ਵੀ -1/√2 ਕੀ ਹੈ, ਇਹ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ, ਇੱਥੇ ਲਿਖ ਲੈਣੀ ਹੈ ਹਮੇਸ਼ਾ ਵੀ ਕੀ ਆਈ ਹੈ ਇਹ। ਆ ਵੀ ਨੈਗੇਟਿਵ ਆ ਗਈ, ਦੋਨੋਂ ਵੈਲਿਊਜ਼ ਨੈਗੇਟਿਵ ਹੋਣਗੀਆਂ ਤਾਂ ਫਿਰ ਕੀ ਹੋ ਗਿਆ, ਇਹ ਕਿਹੜੇ ਕੁਆਡਰੈਂਟ 'ਚ ਹੋਏਗਾ ਥੀਟਾ ਭਲਾ। ਥੀਟਾ ਲਾਈਜ਼ ਇਨ ਥਰਡ ਕੁਆਡਰੈਂਟ, ਤੀਸਰੇ ਕੁਆਡਰੈਂਟ 'ਚ ਦੋਨੇ ਜ਼ੀਰੋ ਨੈਗੇਟਿਵ ਹੁੰਦੇ ਆ। ਤਾਂ ਥਰਡ ਕੁਆਡਰੈਂਟ 'ਚ ਕਿਵੇਂ ਵੈਲਿਊ ਨਿਕਲਦੀ ਹੁੰਦੀ ਹੈ ਥੀਟਾ ਦੀ ਭਲਾ। ਹੁਣ ਇਹ ਤੁਹਾਨੂੰ ਖਿਆਲ ਕਰੋ ਵੀ ਇਹ 1/√2 ਕਾਹਦੀ ਵੈਲਿਊ ਹੈ, 45 ਡਿਗਰੀ ਦੀ ਵੈਲਿਊ, ਜਿਹਨੂੰ ਅਸੀਂ π/4 ਕਹਿੰਦੇ ਹਾਂ। 45 ਨੂੰ ਕੀ ਕਹਿੰਦੇ ਆ, 45 ਡਿਗਰੀ ਨੂੰ π/4, 180 ਦਾ ਚੌਥਾ ਹਿੱਸਾ ਹੈ। ਪਾਈ ਦੀ ਵੈਲਿਊ 180 ਹੁੰਦੀ ਹੈ, 180/4 45 ਹੁੰਦਾ, ਠੀਕ ਹੈ ਕਿ ਨਹੀਂ। ਤਾਂ ਥੀਟਾ ਦੀ ਵੈਲਿਊ π/4, ਪਰ ਕਿਉਂਕਿ ਥਰਡ ਕੁਆਡਰੈਂਟ 'ਚ ਹੈ ਤਾਂ ਥਰਡ ਕੁਆਡਰੈਂਟ 'ਚ ਕਿਵੇਂ ਨਿਕਲਦੀ ਹੁੰਦੀ ਹੈ ਵੈਲਿਊ, -π ਪਲੱਸ ਜੋ ਐਂਗਲ ਤੁਸੀਂ ਇੱਥੇ ਕੱਢਿਆ +π/4, ਯਾਨੀ 4 ਅਸੀਂ ਐਲਸੀਐਮ ਲੈ ਲਾਂਗੇ, -4π + π ਹੋ ਜਾਏਗਾ, ਯਾਨੀ -3π/4 ਹੋ ਜਾਏਗਾ। ਤਾਂ ਆ ਤੁਹਾਡੇ ਆਰ ਦੀ ਵੈਲਿਊ ਆ ਗਈ, ਆ ਤੁਹਾਡੀ ਥੀਟਾ ਦੀ ਵੈਲਿਊ ਆ ਗਈ। ਇਹਨੂੰ ਅਸੀਂ ਮੋਡੂਲਸ ਕਹਿੰਦੇ ਆ, ਇਹਨੂੰ ਆਰਗੂਮੈਂਟ ਕਹਿੰਦੇ। ਕਿਸੇ ਸਵਾਲ 'ਚ ਤੁਹਾਨੂੰ ਸਿਰਫ ਇੰਨਾ ਹੀ ਪੁੱਛਿਆ ਹੁੰਦਾ, ਫਾਈਂਡ ਮੋਡੂਲਸ ਐਂਡ ਆਰਗੂਮੈਂਟ। ਜਿਵੇਂ ਆ ਦੇਖੋ ਪਹਿਲਾ ਜਿਹੜਾ ਕੁਐਸਚਨ ਹੈ ਇਹ 'ਚ ਕੀ ਕਰਨਾ ਹੈ, ਫਾਈਂਡ ਦ ਮੋਡੂਲਸ ਐਂਡ ਆਰਗੂਮੈਂਟ ਆਫ ਈਚ ਆਫ ਦਾ ਕੰਪਲੈਕਸ ਨੰਬਰ। ਆ ਸਾਨੂੰ ਦਿੱਤੇ ਆ, ਸਾਨੂੰ ਆਹ ਵੈਲਿਊਜ਼ ਕੱਢ ਕੇ ਛੱਡਣ ਨੂੰ ਕਿਹਾ ਹੈ ਵੀ ਆਰ ਦੀ ਵੈਲਿਊ ਕੱਢ ਲਓ ਤੇ ਥੀਟਾ ਦੀ ਕੱਢ ਦਿਓ, ਬਸ ਖਤਮ ਕਰ ਦਿਓ ਸਵਾਲ। ਤੇ ਜਿਹੜਾ ਅਗਲਾ ਸਵਾਲ ਹੈ ਉਹ 'ਚ ਪੋਲਰ ਫਾਰਮ 'ਚ ਲਿਖਣਾ ਹੈ। ਤਾਂ ਹੁਣ ਅਸੀਂ ਇਹਨੂੰ ਗਾਂ ਇੱਕ ਲਾਈਨ ਹੋਰ ਹੈ 'ਚ ਪੋਲਰ ਫਾਰਮ 'ਚ ਲਿਖਣ ਵਾਲੀ ਉਹ ਲਿਖ ਦਿੰਦੇ ਹਾਂ। ਤਾਂ z ਇਕੁਅਲ ਟੂ, ਤੁਹਾਨੂੰ ਪਤਾ ਹੈ ਪੋਲਰ ਫਾਰਮ ਕੀ ਹੁੰਦੀ ਹੈ, ਪੋਲਰ ਫਾਰਮ ਸੀਗੀ ਆਰ cos ਥੀਟਾ ਪਲੱਸ ਆਇਓਟਾ ਸਾਈਨ ਥੀਟਾ। ਇਹਦੇ 'ਚ ਵੈਲਿਊਜ਼ ਪੁੱਟ ਕਰ ਦਿਓ। ਆਰ ਦੀ ਵੈਲਿਊ ਪੁੱਟ ਕਰਤੀ ਅਸੀਂ, ਕਿੰਨੀ ਆਈ ਸੀ, √2 cos -3π/4, ਇਹਨੂੰ ਬ੍ਰੈਕਟ 'ਚ ਲਿਖਣਾ ਹੈ, ਇੱਥੇ ਬਾਹਰਲਾ ਬ੍ਰੈਕਟ ਭਾਵੇਂ ਵੱਡਾ ਕਰ ਲਓ, ਪਲੱਸ ਆਇਓਟਾ ਸਾਈਨ -3π/4। ਆ ਸਾਡਾ ਆਨਸਰ ਆਏਗਾ, ਠੀਕ ਹੈ ਨਾ। ਸੋ ਇਸ ਤਰੀਕੇ ਨਾਲ ਇਹ ਕੁਐਸਚਨਸ ਕਰਨੇ। ਜਿਹੜਾ ਸੈਕੰਡ ਕੁਆਡਰੈਂਟ 'ਚ ਆਏਗਾ, ਹੁਣ ਸੈਕੰਡ ਕੁਆਡਰੈਂਟ 'ਚ ਹੁੰਦਾ ਹੈ ਸਾਈਨ ਤਾਂ ਪੋਜ਼ੀਟਿਵ ਹੁੰਦਾ ਹੈ ਤੇ ਕਾਸ ਨੈਗੇਟਿਵ ਹੁੰਦਾ ਹੈ। ਆਹ ਵਾਲਾ ਆਹ ਸੈਕੰਡ 'ਚ ਆਏਗਾ ਤਾਂ ਉਹਦੇ 'ਚ ਕੀ ਹੋਏਗਾ, ਪਾਈ ਮਾਈਨਸ ਕਰ ਦੇਂਗੇ। ਇੱਥੇ ਤਾਂ -π ਪਲੱਸ ਕੀਤਾ, ਉੱਥੇ π-4π, ਬਸ ਇੰਨੇ ਗੱਲ। ਬਾਕੀ ਐਵੇਂ ਜਿਵੇਂ ਤੇ ਇੱਥੇ ਪੋਜ਼ੀਟਿਵ ਨੈਗੇਟਿਵ ਦਾ ਤੁਹਾਨੂੰ ਖਿਆਲ ਰੱਖਣਾ, ਠੀਕ ਹੈ ਨਾ। ਸੋ ਇਸ ਤਰੀਕੇ ਨਾਲ ਸਾਰੇ ਕੁਐਸਚਨ ਤੁਸੀਂ ਐਕਸਰਸਾਈਜ਼ 5.2 ਦੇ ਕਰ ਸਕਦੇ ਆ ਤੇ ਇਹ ਤੁਸੀਂ ਕਰਕੇ ਵੇਖਣੇ ਆ। ਜਿਹੜਾ ਨਾ ਆਵੇ ਉਹ ਤੁਸੀਂ ਕੱਲ੍ਹ ਨੂੰ ਡਿਸਕਸ ਕਰ ਲੈਣਾ। ਅੱਜ ਦਾ ਜਿਹੜਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ।